ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਅਮਨਦੀਪ ਕੌਰ ਹੈ ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਵੋਕੇਸ਼ਨਲ ਟ੍ਰੇਨਰ ਰਿਟੇਲ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਹਾਂ। ਅੱਜ ਦਾ ਸਾਡਾ ਟੌਪਿਕ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਟੌਪਿਕ ਦਾ ਨਾਮ ਹੈ ਮਰਚੈਂਡਾਈਜ਼ ਪਲੈਨਿੰਗ, ਜਿਸ ਦੇ ਵਿੱਚ ਅਸੀਂ ਵਿਕਰੀ ਵਸਤੂਆਂ ਦੀ ਯੋਜਨਾਬੰਦੀ ਬਾਰੇ ਪੜ੍ਹਾਂਗੇ। ਇਸ ਦੇ ਵਿੱਚ ਅਸੀਂ ਵਸਤੂਆਂ ਦੀ ਵਿਕਰੀ ਕਿਵੇਂ ਹੁੰਦੀ ਹੈ, ਵਸਤੂਆਂ ਕਿਹੜੇ ਪ੍ਰਕਾਰ ਦੀਆਂ ਹੁੰਦੀਆਂ ਹਨ, ਹਰ ਇੱਕ ਚੀਜ਼ ਅਤੇ ਉਹਦੇ ਵਿੱਚ ਗਾਹਕ ਨੂੰ ਕਿਵੇਂ ਵਸਤੂਆਂ ਦੇ ਲਈ ਆਕਰਸ਼ਿਤ ਕੀਤਾ ਜਾਂਦਾ ਹੈ, ਇਹਨਾਂ ਚੀਜ਼ਾਂ ਬਾਰੇ ਅਸੀਂ ਪੜ੍ਹਾਂਗੇ। ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਵੱਲੋਂ ਇਹ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਹੈ, ਜਿਹਦੇ ਵਿੱਚ ਕਿ ਅਸੀਂ ਬੱਚਿਆਂ ਨੂੰ ਵਰਚੁਅਲ ਮੀਡੀਆ ਦੇ ਥਰੂ ਸਟੱਡੀ ਕਰਵਾਵਾਂਗੇ ਤਾਂ ਕਿ ਉਹਨਾਂ ਦੇ ਲਈ ਆਪਣਾ ਟੌਪਿਕ ਪੜ੍ਹਨਾ ਉਹਨਾਂ ਨੂੰ ਇੰਟਰਸਟਿੰਗ ਵੀ ਲੱਗੇ ਔਰ ਬਹੁਤ ਜ਼ਿਆਦਾ ਈਜ਼ੀ ਵੀ ਲੱਗੇ। ਸੋ ਹੁਣ ਅਸੀਂ ਆਪਣਾ ਟੌਪਿਕ ਸਟਾਰਟ ਕਰਾਂਗੇ ਵਿਕਰੀ ਵਸਤੂਆਂ ਦੀ ਯੋਜਨਾਬੰਦੀ, ਮਰਚੈਂਡਾਈਜ਼ ਪਲੈਨਿੰਗ। ਮਰਚੈਂਡਾਈਜ਼ ਪਲੈਨਿੰਗ ਦੇ ਵਿੱਚ ਅਸੀਂ 4 ਸੈਸ਼ਨਸ ਦੇ ਬਾਰੇ ਪੜ੍ਹਾਂਗੇ। ਪਹਿਲਾ ਸੈਸ਼ਨ ਹੈ ਕਾਈਂਡਸ ਆਫ ਮਰਚੈਂਡਾਈਜ਼, ਵਪਾਰਕ ਮਾਲ ਦੀਆਂ ਕਿਸਮਾਂ, ਕਿ ਵਪਾਰਕ ਮਾਲ ਕਿਹੜੇ ਤਰ੍ਹਾਂ ਦਾ ਹੁੰਦਾ ਹੈ। ਸੈਕਿੰਡ ਸੈਸ਼ਨ ਹੈ ਰੋਲ ਐਂਡ ਫੰਕਸ਼ਨਸ ਆਫ ਜੂਨੀਅਰ ਮਰਚੈਂਡਾਈਜ਼ਰ, ਵਸਤੂ ਪ੍ਰਬੰਧਕ ਦੀ ਭੂਮਿਕਾ ਅਤੇ ਕਾਰਜ, ਜਿਹੜਾ ਵਸਤੂਆਂ ਦਾ ਪ੍ਰਬੰਧਨ ਕਰਦਾ ਹੈ, ਆਪਣੀ ਦੁਕਾਨ ਦੇ ਵਿੱਚ ਵਸਤੂਆਂ ਨੂੰ ਅਰੇਂਜ ਕਰਦਾ ਹੈ, ਉਹਨਾਂ ਦੀ ਖਰੀਦ ਅਤੇ ਫਰੋਖਤ ਕਰਕੇ ਉਹਨਾਂ ਨੂੰ ਸੈੱਟ ਕਰਕੇ ਗਾਹਕ ਦੀ ਵਿਕਰੀ ਵਾਸਤੇ ਰੱਖਦਾ ਹੈ, ਉਸਦੇ ਕੀ ਰੋਲ ਹੁੰਦੇ ਹਨ ਅਤੇ ਉਹਦੇ ਕੀ ਕਾਰਜ ਹੈ। ਵਿਜ਼ੂਅਲ ਮਰਚੈਂਡਾਈਜ਼ਿੰਗ ਐਂਡ ਡਿਸਪਲੇ, ਨੇਤਰੀ ਵਸਤੂ ਪ੍ਰਬੰਧ ਅਤੇ ਪ੍ਰਦਰਸ਼ਨ, ਜਿਹੜੀ ਵਿਜ਼ੂਅਲ ਤਰੀਕੇ ਦੇ ਨਾਲ ਜਿਹੜਾ ਅਸੀਂ ਦੇਖਦੇ ਹਾਂ ਇੱਕ ਦੁਕਾਨ 'ਤੇ ਜਾ ਕੇ ਗਾਹਕ ਆਕਰਸ਼ਿਤ ਹੁੰਦਾ ਹੈ, ਕਿਵੇਂ ਇੱਕ ਵਸਤੂਆਂ ਨੂੰ ਗਾਹਕ ਦੇ ਲਈ ਆਕਰਸ਼ਕ ਤਰੀਕੇ ਦੇ ਨਾਲ ਆਪਣੀ ਦੁਕਾਨ ਦੇ ਵਿੱਚ ਸੈੱਟ ਕਰਕੇ ਔਰ ਸਜਾ ਕੇ ਰੱਖਣਾ। ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਆਫ ਜੂਨੀਅਰ ਮਰਚੈਂਡਾਈਜ਼ਰ, ਅਧੀਨ ਵਸਤੂ ਪ੍ਰਬੰਧਕ ਦੇ ਕਰਤੱਵ ਅਤੇ ਜ਼ਿੰਮੇਵਾਰੀਆਂ। ਇੱਕ ਵਸਤੂ ਪ੍ਰਬੰਧਕ ਹੁੰਦਾ ਹੈ ਜਿਹੜਾ ਕਿ ਮੇਨ ਸਾਰੇ ਡਿਪਾਰਟਮੈਂਟ ਦਾ ਦੇਖਦਾ ਹੈ ਕਿ ਹਾਂ ਕਿਹੜੇ ਡਿਪਾਰਟਮੈਂਟ ਵਿੱਚ ਕਿਹੜੀ ਵਸਤੂ ਕਿੰਨੀ ਲੈ ਕੇ ਆਉਣੀ ਹੈ, ਕਿਸ ਤਰ੍ਹਾਂ ਦੀ, ਕਿਸ ਕਿਸਮ ਦੀ ਅਤੇ ਕਿਸ ਰਿਵਾਜ਼ ਦੀ ਲੈ ਕੇ ਆਉਣੀ ਹੈ। ਅਤੇ ਜਿਹੜਾ ਅਧੀਨ ਵਸਤੂ ਪ੍ਰਬੰਧਕ ਹੁੰਦਾ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੁਕਾਨ ਦੇ ਵਿੱਚ ਜਾਂ ਸਟੋਰ ਦੇ ਵਿੱਚ ਅਰੇਂਜ ਕਰਕੇ ਰੱਖਦਾ ਹੈ। ਅਸੀਂ ਉਸਦੇ ਕਰਤੱਵ ਅਤੇ ਜ਼ਿੰਮੇਵਾਰੀਆਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾ ਸੈਸ਼ਨ ਹੈ ਵਪਾਰਕ ਮਾਲ ਦੀਆਂ ਕਿਸਮਾਂ। ਹਰ ਛੋਟੀ ਵੱਡੀ ਪ੍ਰਚੂਨ ਸੰਸਥਾ ਵਿੱਚ ਵਪਾਰਕ ਮਾਲ ਦੀ ਜਾਣਕਾਰੀ ਇਕੱਠੇ ਕਰਨ ਅਤੇ ਉੱਚ ਅਧਿਕਾਰੀ ਤੱਕ ਪਹੁੰਚਾਉਣ ਦਾ ਢਾਂਚਾ ਹੁੰਦਾ ਹੈ। ਕੋਈ ਵੀ ਪ੍ਰਚੂਨ ਸੰਸਥਾ ਹੈ, ਚਾਹੇ ਉਹ ਛੋਟੀ ਹੋਵੇ ਚਾਹੇ ਵੱਡੀ ਹੋਵੇ, ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਹੜਾ ਵਪਾਰਕ ਮਾਲ ਕਿੰਨਾ ਚਾਹੀਦਾ ਹੈ। ਸੋ ਉਹਦੀ ਜਾਣਕਾਰੀ ਉੱਚ ਅਧਿਕਾਰੀਆਂ ਤੱਕ, ਜਿਨ੍ਹਾਂ ਨੇ ਕਿ ਫਾਈਨੈਂਸ ਡਿਪਾਰਟਮੈਂਟ ਤੱਕ ਪਹੁੰਚਾਉਣਾ ਹੈ ਕਿ ਅਸੀਂ ਇੰਨਾ ਖਰਚਾ ਕਰਨਾ ਹੈ ਕਿਸੇ ਵੀ ਮਾਲ ਨੂੰ ਲਿਆਉਣ 'ਤੇ, ਉਹਨਾਂ ਤੱਕ ਪਹੁੰਚਾਉਣ ਦਾ ਇੱਕ ਢਾਂਚਾ ਬਣਿਆ ਹੁੰਦਾ ਹੈ। ਸੰਸਥਾ ਦੇ ਖਰੀਦ ਅਧਿਕਾਰੀ ਅਤੇ ਸਮੁੱਚੇ ਪ੍ਰਬੰਧਕੀ ਢਾਂਚੇ ਲਈ ਇਹ ਜਾਣਕਾਰੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ। ਜਿਹੜੇ ਖਰੀਦ ਅਧਿਕਾਰੀ ਆ ਸੰਸਥਾ ਦੇ, ਉਹਨਾਂ ਲਈ ਇਹ ਜਾਣਕਾਰੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਉਸ ਅਕੋਰਡਿੰਗ ਆਪਣਾ ਬਜਟ ਤਿਆਰ ਕਰਨਾ ਹੁੰਦਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਗਾਹਕ ਕਿਹੜੀ ਚੀਜ਼ ਪਸੰਦ ਕਰਦਾ ਹੈ। ਜਦੋਂ ਅਸੀਂ ਮਾਲ ਦੇ ਰਿਲੇਟਡ, ਵਪਾਰਕ ਮਾਲ ਦੇ ਨਾਲ ਰਿਲੇਟਡ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ, ਸੋ ਉਹਨਾਂ ਸਾਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਸਾਡਾ ਗਾਹਕ ਹੈ ਉਹ ਕਿਹੜੀ ਤਰ੍ਹਾਂ ਦੀ ਚੀਜ਼ ਨੂੰ ਪਸੰਦ ਕਰਦਾ ਹੈ। ਸੰਸਥਾ ਦੇ ਦਰਮਿਆਨੇ ਤੋਂ ਹੇਠਲੇ ਪੱਧਰ 'ਤੇ ਇਹਨਾਂ ਅੰਕੜਿਆਂ ਦੇ ਆਧਾਰ 'ਤੇ ਵਸਤੂਆਂ ਦਾ ਵਰਗੀਕਰਨ, ਸਮੂਹੀਕਰਨ, ਅਸਰਦਾਰ ਨੁਮਾਇਸ਼ ਅਤੇ ਵਿਕਰੀ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਜਿਹੜੇ ਸੰਸਥਾ ਦੇ ਉੱਚ ਅਧਿਕਾਰੀ ਨੇ ਉਹ ਖਰੀਦ ਫਰੋਖਤ ਅਤੇ ਫਾਈਨੈਂਸ ਡਿਪਾਰਟਮੈਂਟ ਜਾਂ ਬਜਟ ਦੇ ਨਾਲ ਰਿਲੇਟਡ ਡਿਸੀਜ਼ਨਸ ਲੈਂਦੇ ਹਨ। ਅਤੇ ਜਿਹੜਾ ਦਰਮਿਆਨਾ, ਮਿਡਲ ਅਤੇ ਲੋਅਰ ਲੈਵਲ ਦਾ ਜਿਹੜਾ ਸਟਾਫ ਹੈ, ਸੰਸਥਾ ਦਾ ਜਿਹੜਾ ਪੱਧਰ ਹੈ, ਉਹਦੇ 'ਤੇ ਦੇਖਿਆ ਜਾਂਦਾ ਹੈ ਕਿ ਵਸਤੂਆਂ ਦਾ ਵਰਗੀਕਰਨ ਕਿਵੇਂ ਕਰਨਾ ਹੈ, ਡਿਪਾਰਟਮੈਂਟ ਕਿਵੇਂ ਸੈਗਰੀਗੇਟ ਕਰਨੇ। ਕੱਪੜੇ ਦਾ ਡਿਪਾਰਟਮੈਂਟ ਹੈ, ਕੱਪੜੇ ਦੇ ਡਿਪਾਰਟਮੈਂਟ ਦੇ ਵਿੱਚ ਵੀ ਵੱਖ ਸ਼੍ਰੇਣੀਆਂ ਹੋਣਗੀਆਂ, ਉਹਨਾਂ ਨੂੰ ਕਿੱਦਾਂ ਮੈਨੇਜ ਕਰਨਾ ਹੈ। ਵਸਤੂਆਂ ਦਾ ਸਮੂਹੀਕਰਨ ਕਿਵੇਂ ਕਰਨਾ ਹੈ, ਅਸਰਦਾਰ ਤਰੀਕੇ ਨਾਲ ਨੁਮਾਇਸ਼ ਕਿੱਦਾਂ, ਵਸਤੂਆਂ ਦੀ ਪੇਸ਼ਕਾਰੀ ਕਿਵੇਂ ਕਰਨੀ ਹੈ ਕਿ ਜਿਹੜਾ ਗਾਹਕ ਹੈ ਉਹ ਆਂਦਾ ਹੀ ਸਾਡੀ ਦੁਕਾਨ ਦੇ ਵੱਲ ਆਕਰਸ਼ਿਤ ਹੋ ਜਾਵੇ ਅਤੇ ਉਹ ਚੀਜ਼ ਦੇਖ ਕੇ ਹੀ ਸਾਡੀ ਦੁਕਾਨ ਦੇ ਅੰਦਰ ਆਵੇ, ਤਾਂ ਕਿ ਇੱਕ ਚੀਜ਼ ਵੱਲ ਆਕਰਸ਼ਿਤ ਹੋ ਕੇ ਅਗਰ ਕੋਈ ਵੀ ਸਾਡੀ ਦੁਕਾਨ ਦੇ ਅੰਦਰ ਐਂਟਰ ਹੋ ਰਿਹਾ ਹੈ ਤਾਂ ਉਹ ਅੰਦਰ ਆ ਕੇ ਉਹਨੂੰ ਹੋਰ ਜ਼ਿਆਦਾ ਅਸਰਦਾਰ ਮਾਹੌਲ ਮਿਲੇ ਕਿ ਉਹਦੀ ਖਰੀਦਣ ਦੇ ਵੱਲ ਉਹਦੀ ਜਿਹੜੀ ਪ੍ਰਵਿਰਤੀ ਆ ਉਹ ਹੋਰ ਜ਼ਿਆਦਾ ਵੱਧ ਜਾਵੇ। ਅਤੇ ਵਿਕਰੀ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਕਿ ਵਿਕਰੀ ਕਿਹੜੇ ਤਰੀਕੇ ਨਾਲ ਕਰਨੀ ਹੈ। ਗਾਹਕ ਆਪਣੀ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਜਨ ਅੰਕੜਿਆਂ ਦੀਆਂ ਵਿਸ਼ੇਸ਼ਤਾਵਾਂ ਦੇ ਅਨੁਸਾਰ ਢੁਕਵਾਂ ਪ੍ਰਚੂਨਕਾਰ ਲੱਭਦੇ ਹਨ। ਜਿਹੜਾ ਗਾਹਕ ਹੈ ਉਹ ਆਪਣੇ ਸਮਾਜਿਕ ਰੁਤਬੇ ਦੇ ਹਿਸਾਬ ਨਾਲ, ਆਪਣੇ ਸੱਭਿਆਚਾਰ ਦੇ ਹਿਸਾਬ ਨਾਲ, ਆਰਥਿਕ ਉਹਨਾਂ ਦਾ ਬਜਟ ਹੈ ਅਤੇ ਆਪਣੀ ਏਜ ਦੇ ਹਿਸਾਬ ਨਾਲ ਦੇਖਦੇ ਹਨ ਕਿ ਉਹਨਾਂ ਨੇ ਕਿਹੜੀ ਦੁਕਾਨ 'ਤੇ ਜਾਣਾ ਹੈ। ਜਿਹੜੇ ਬੱਚੇ ਨੇ ਉਹ ਟੋਏ ਸ਼ਾਪ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਜਿਹੜੇ ਸਟੂਡੈਂਟਸ ਪੜ੍ਹਦੇ ਨੇ ਉਹ ਬੁੱਕ ਸ਼ਾਪ 'ਤੇ ਜਾਂ ਹੋਰ ਅਸੈਸਰੀਜ਼ ਵੱਲ ਜਾਂ ਬੱਚਿਆਂ ਦੇ ਸਪੋਰਟਸ ਦੇ ਸਮਾਨ ਦੇ ਵੱਲ ਆਕਰਸ਼ਿਤ ਹੁੰਦੇ ਹਨ। ਲੇਡੀਜ਼ ਸੂਟਾਂ, ਜੁਐਲਰੀ ਔਰ ਜੁੱਤੀਆਂ ਦੀ ਦੁਕਾਨਾਂ ਵੱਲ ਆਕਰਸ਼ਿਤ ਹੁੰਦੀਆਂ ਹਨ, ਜਾਂ ਰਸੋਈ ਦੇ ਸਮਾਨ ਦਾ ਉਹਨਾਂ ਨੂੰ ਜ਼ਿਆਦਾ ਹੁੰਦਾ ਹੈ। ਸੋ ਜਿਹੜੇ ਮੇਲਸ ਨੇ, ਜਿਹੜੇ ਸਪੋਰਟਸ ਦੇ ਵਿੱਚ ਇਨਵੋਲਵਡ ਨੇ, ਜਾਂ ਉਹ ਜੈਂਟਸ
ਕਲੋਥਿੰਗ ਦੇ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਸੋ ਜਿਹੜਾ ਗਾਹਕ ਹੈ ਆਪਣੀ ਪਸੰਦ ਦੇ ਹਿਸਾਬ ਨਾਲ, ਆਪਣੇ ਸਮਾਜਿਕ ਰੁਤਬੇ, ਸੱਭਿਆਚਾਰ, ਆਰਥਿਕ ਅਤੇ ਜਨ ਅੰਕੜਿਆਂ ਦੇ ਹਿਸਾਬ ਨਾਲ ਪਰਚੂਨਕਾਰਾਂ ਕੋਲ ਜਾਂਦੇ ਹਨ। ਹਰੇਕ ਗਾਹਕ ਦੀ ਵੱਖਰੀ ਪਸੰਦ ਹੁੰਦੀ ਹੈ, ਜਿਵੇਂ ਕਿ ਛੋਟ ਸਟੋਰ, ਖਾਸੀਅਤ ਸਟੋਰ, ਮਹਾ ਮੰਡੀ, ਹਾਈਪਰ ਮਾਰਕੀਟ ਆਦਿ। ਜਿਹੜਾ ਹਰੇਕ ਗਾਹਕ ਆ ਉਹ ਆਪਣੇ ਹਿਸਾਬ ਨਾਲ ਪਸੰਦ ਕਰਦਾ ਹੈ। ਕਿਸੇ ਨੂੰ ਲੋਕਲ ਕਰਿਆਨਾ ਸ਼ਾਪ ਤੋਂ ਖਰੀਦਣਾ ਜ਼ਿਆਦਾ ਵਧੀਆ ਲੱਗਦਾ ਹੈ, ਕਿਉਂਕਿ ਉਹਨੇ ਛੋਟੀ ਛੋਟੀ ਮਾਤਰਾ 'ਚ ਚੀਜ਼ ਖਰੀਦਣੀ ਹੁੰਦੀ ਹੈ। ਕੁਛ ਲੋਕ ਹਾਈਪਰ ਮਾਰਕੀਟ ਜਾਂ ਮਹਾ ਮੰਡੀਆਂ 'ਚ ਜਾ ਕੇ ਸ਼ਾਪਿੰਗ ਕਰਨਾ ਪਸੰਦ ਕਰਦੇ ਹਨ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉੱਥੇ ਸਾਨੂੰ ਔਫਰ ਵੀ ਜ਼ਿਆਦਾ ਮਿਲ ਜਾਂਦੇ ਹਨ। ਅਤੇ ਉਹ ਇੱਕ ਵਾਰੀ ਹੀ ਮਹੀਨੇ ਵਿੱਚ ਇੱਕ ਵਾਰੀ ਜਾ ਕੇ ਆਪਣਾ ਬਜਟ ਸੈੱਟ ਕਰਕੇ ਕਿ ਅਸੀਂ ਕਰਿਆਨੇ 'ਤੇ ਇੰਨਾ ਪੈਸਾ ਖਰਚਣਾ ਹੈ, ਜਾਂ ਅਸੀਂ ਕੱਪੜਿਆਂ ਦਾ ਇੰਨਾ ਬਜਟ ਰੱਖਿਆ, ਉਸ ਅਕੋਰਡਿੰਗ ਆਪਣੀ ਖਰੀਦ ਫਰੋਖਤ ਕਰਦੇ ਹਨ। ਕੁਛ ਲੋਕ ਖਾਸੀਅਤ ਸਟੋਰ 'ਤੇ ਜਾਂਦੇ ਹਨ। ਸੋ ਡਿਪੈਂਡ ਕਰਦਾ ਹੈ ਕਿ ਗਾਹਕ ਦੀ ਪਸੰਦ ਦੇ ਅਕੋਰਡਿੰਗ ਡਿਪੈਂਡ ਕਰਦਾ ਕਿ ਗਾਹਕ ਕਿਹੜੀ ਜਗ੍ਹਾ ਜਾਣਾ ਪਸੰਦ ਕਰਦਾ ਹੈ। ਹੁਣ ਵਪਾਰਕ ਵਸਤੂਆਂ ਦੀਆਂ ਕਿਸਮਾਂ। ਇਸ ਪਿਕਚਰ 'ਚ ਤੁਸੀਂ ਦੇਖ ਰਹੇ ਹੋਗੇ ਕਿ ਬਹੁਤ ਸਾਰੀਆਂ ਤਰ੍ਹਾਂ ਦੀਆਂ ਵਪਾਰਕ ਵਸਤੂਆਂ ਹਨ। ਇਸ ਦੇ ਵਿੱਚ ਅਗਰ ਦੇਖਿਆ ਜਾਵੇ ਪੈਨ ਵੀ ਹੈ, ਸਿਪਰ ਵੀ ਹੈ, ਕਰੋਕਰੀ ਵੀ ਹੈ, ਟੈਲੀਫੋਨ ਨਾਲ ਰਿਲੇਟਡ ਵੀ ਚੀਜ਼ਾਂ ਹੈਗੀਆਂ ਆ, ਬੱਚਿਆਂ ਦੀਆਂ ਆਈਟਮਸ ਵੀ ਹੈਗੀਆਂ ਆ, ਅਤੇ ਕੈਟਲ ਵੀ ਹੈ, ਇੱਕ ਮੱਗ ਵੀ ਹੈਗਾ। ਸੋ ਇਹਦੇ ਵਿੱਚ ਇਹ ਆ ਕਿ ਵਪਾਰਕ ਮਾਲ ਕਿਹੜੇ ਕਿਹੜੇ ਤਰ੍ਹਾਂ ਦਾ ਹੁੰਦਾ, ਬਹੁਤ ਤਰ੍ਹਾਂ ਦਾ ਹੋ ਸਕਦਾ। ਉਹਦੇ 'ਚ ਕੱਪੜਾ ਵੀ ਆਉਂਦਾ ਹੈ, ਉਹਦੇ 'ਚ ਰਸੋਈ ਦਾ ਸਮਾਨ ਵੀ ਆਉਂਦਾ ਹੈ, ਉਹਦੇ ਵਿੱਚ ਫਰਨੀਚਰ ਵੀ ਆਉਂਦਾ ਹੈ। ਹਰ ਇੱਕ ਚੀਜ਼ ਆਉਂਦੀ ਹੈ ਜੋ ਵੀ ਸਾਡੀ ਰੋਜ਼ਮਰਰਾ ਦੇ ਵਿੱਚ ਜ਼ਰੂਰਤ ਦੇ ਵਿੱਚ ਆਉਂਦੀ ਹੈ। ਸੋ ਇਸ ਸੈਸ਼ਨ ਦੇ ਵਿੱਚ ਅਸੀਂ ਵਪਾਰਕ ਵਸਤੂਆਂ ਦੀਆਂ ਕਿਸਮਾਂ ਬਾਰੇ ਪੜ੍ਹਾਂਗੇ। ਹੁਣ ਵਪਾਰਕ ਵਸਤੂਆਂ ਦੀ ਕਿਸਮਾਂ ਵਿੱਚ ਸਭ ਤੋਂ ਪਹਿਲੇ ਆਉਂਦੇ ਹਨ ਖਪਤਕਾਰੀ ਵਸਤੂਆਂ। ਖਪਤਕਾਰੀ ਵਸਤੂਆਂ ਉਹ ਵਸਤੂਆਂ ਹੁੰਦੀਆਂ ਜਿਨ੍ਹਾਂ ਨੂੰ ਕਿ ਅਸੀਂ ਰੋਜ਼ਾਨਾ ਖਪਤ ਕਰਦੇ ਹਾਂ, ਠੀਕ ਹੈ। ਇਹਦੇ ਵਿੱਚ ਸਭ ਤੋਂ ਪਹਿਲੇ ਆਉਂਦੇ ਆ ਮੁੱਖ ਪੈਦਾਵਾਰੀ ਵਸਤੂਆਂ। ਮੁੱਖ ਪੈਦਾਵਾਰੀ ਵਸਤੂਆਂ ਵਿੱਚ ਆਉਂਦਾ ਹੈ ਕਿ ਜਿਵੇਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ, ਜਿਵੇਂ ਆਟਾ, ਬ੍ਰੈਡ, ਦੁੱਧ, ਕਰਿਆਨਾ, ਜਿਹੜੀਆਂ ਕਿ ਸਾਡੀਆਂ ਮੁੱਖ ਪੈਦਾਵਾਰੀ ਹੈ, ਕਿ ਇਹਨਾਂ ਦੀ ਮੁੱਖ ਪੈਦਾਵਾਰ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਅਸੀਂ ਰੋਜ਼ਮਰਰਾ ਦੇ ਵਿੱਚ ਯੂਜ਼ ਕਰਨਾ ਹੁੰਦਾ ਹੈ। ਆਵੇਗੀ ਵਸਤੂਆਂ, ਬਿਨਾਂ ਸੋਚਿਆਂ ਤੁਰੰਤ ਖਰੀਦ ਕਰਨੀ, ਜਿਵੇਂ ਚੋਕਲੇਟ ਆਦਿ। ਆਵੇਗੀ ਵਸਤੂਆਂ ਉਹ ਵਸਤੂਆਂ ਹੁੰਦੀਆਂ ਕਿ ਜਿਹੜੀਆਂ ਕਿ ਅਸੀਂ ਸਾਹਮਣੇ ਪਈਆਂ ਦੇਖ ਲੈਂਦੇ ਹਾਂ, ਉਹਨਾਂ ਨੂੰ ਉਹ ਸਾਡੀ ਜ਼ਰੂਰਤ ਵਿੱਚ ਸ਼ਾਮਿਲ ਨਹੀਂ ਹੁੰਦੀਆਂ, ਪਰ ਹੋ ਸਕਦਾ ਜਿੱਦਾਂ ਬੱਚੇ ਨੇ ਉਹ ਚੋਕਲੇਟ ਨੂੰ ਦੇਖ ਕੇ ਆਕਰਸ਼ਿਤ ਹੁੰਦੇ ਆ। ਅੱਜ ਕੱਲ੍ਹ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਆਈਟਮਸ, ਜਿਹੜੇ ਕਿ ਇੱਦਾਂ ਦੀਆਂ ਚੀਜ਼ਾਂ ਵੀ ਆ ਗਈਆਂ ਬੱਚਿਆਂ ਦੀਆਂ, ਜਿਹਦੇ ਵਿੱਚ ਕਿ ਉਹਨਾਂ ਨੂੰ ਇੱਕ ਟੋਏ ਵੀ ਮਿਲਦਾ ਹੈ, ਕੋਈ ਚਿਪਸ ਦਾ ਪੈਕਟ, ਉਹਦੇ ਵਿੱਚ ਟੋਏ ਦਾ ਵੀ ਆਫਰ ਹੁੰਦਾ ਹੈ। ਸੋ ਬੱਚੇ ਉਹਨਾਂ ਚੀਜ਼ਾਂ ਵੱਲ ਆਕਰਸ਼ਿਤ ਹੁੰਦੇ ਹਨ। ਉਹ ਚੀਜ਼ਾਂ ਆਵੇਗੀ ਵਸਤੂਆਂ ਹੁੰਦੀਆਂ ਕਿ ਸਾਡੇ ਸਾਹਮਣੇ ਪਈਆਂ ਨੇ, ਅਸੀਂ ਉਹਨਾਂ ਵੱਲ ਆਕਰਸ਼ਿਤ ਹੋ ਕੇ ਆਵੇਗ ਦੇ ਵਿੱਚ ਆ ਕੇ ਉਹਨਾਂ ਨੂੰ ਖਰੀਦ ਲੈਂਦੇ ਹਾਂ। ਆਪਾਤਕਾਲੀਨੀ ਵਸਤੂਆਂ, ਲੋੜ ਜਾਂ ਸੰਕਟ ਵੇਲੇ ਖਰੀਦ ਕਰਨੀ, ਜਿਵੇਂ ਦਵਾਈਆਂ। ਆਪਾਤਕਾਲੀਨੀ ਵਸਤੂਆਂ ਹੁੰਦੀਆਂ ਹਨ ਕਿ ਜਦੋਂ ਸਾਨੂੰ ਕੋਈ ਲੋੜ ਪੈਂਦੀ ਹੈ ਜਾਂ ਵਿਪਤਾ ਦਾ ਸਮਾਂ ਹੈ, ਉਦੋਂ ਅਸੀਂ ਉਸ ਚੀਜ਼ ਨੂੰ ਖਰੀਦਦੇ ਹਾਂ। ਜਿਵੇਂ ਕਿ ਅਸੀਂ ਬਿਮਾਰ ਹਾਂ ਤਾਂ ਅਸੀਂ ਦਵਾਈਆਂ ਖਰੀਦਦੇ ਹਾਂ। ਸੁਵਿਧਾ ਅਨੁਸਾਰ, ਕੁਝ ਚੀਜ਼ਾਂ ਅਸੀਂ ਆਪਣੀ ਸੁਵਿਧਾ ਅਨੁਸਾਰ ਖਰੀਦ ਕਰਦੇ ਹਾਂ, ਜਿਵੇਂ ਕਿ ਸਬਜ਼ੀਆਂ, ਕਿ ਸਾਨੂੰ ਉਹਦੀ ਸੁਵਿਧਾ ਹੁੰਦੀ ਹੈ ਕਿ ਸਬਜ਼ੀ ਆ, ਅਸੀਂ ਹਰ ਰੋਜ਼ ਖਾਣਾ ਪੀਣਾ ਹਰ ਬੰਦਾ ਰੋਜ਼ ਕਰਦਾ ਹੈ। ਸੋ ਸਬਜ਼ੀਆਂ ਨੂੰ ਅਸੀਂ ਰੋਜ਼ ਖਰੀਦਦੇ ਹਾਂ। ਹਰ ਕੋਈ ਚਾਹੁੰਦਾ ਕਿ ਅਸੀਂ ਤਾਜ਼ਾ ਫਲ ਜਾਂ ਤਾਜ਼ੀ ਸਬਜ਼ੀ ਲਈਏ। ਸੋ ਅਸੀਂ ਆਪਣੀ ਸੁਵਿਧਾ ਦੇ ਅਨੁਸਾਰ ਖਰੀਦਦੇ ਹਾਂ। ਵਿਲਾਸੀ ਵਸਤੂਆਂ, ਵਿਲਾਸੀ ਵਸਤੂਆਂ ਨੂੰ ਅਸੀਂ ਲਗਜ਼ਰੀ ਗੁੱਡਸ ਵੀ ਕਹਿੰਦੇ ਹਾਂ, ਕਿ ਜਿਵੇਂ ਕਿ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਅਸੀਂ ਕੁਝ ਇੱਦਾਂ ਦੀਆਂ ਚੀਜ਼ਾਂ ਖਰੀਦਦੇ ਹਨ ਕਿ ਜਿਵੇਂ ਕਿ ਕਾਰ, ਗਹਿਣੇ, ਇਹ ਸਾਡੀਆਂ ਵਿਲਾਸੀ ਵਸਤੂਆਂ ਹੁੰਦੀਆਂ ਹਨ ਕਿ ਜਿਨ੍ਹਾਂ ਦਾ ਅਸੀਂ ਸੁੱਖ ਅਤੇ ਆਪਣੇ ਆਰਾਮ ਦੇ ਲਈ ਇਹਨਾਂ ਨੂੰ ਖਰੀਦਦੇ ਹਾਂ। ਇਹ ਮਹਿੰਗੀਆਂ ਚੀਜ਼ਾਂ ਦੇ ਵਿੱਚ ਆਉਂਦੀਆਂ ਹਨ। ਸੁੱਖ ਆਰਾਮ ਦੀਆਂ ਵਸਤੂਆਂ, ਏਸੀ, ਸੋਫਾ। ਵਿਲਾਸੀ ਵਸਤੂਆਂ ਦੇ ਨਾਲ ਹੀ ਸੁੱਖ ਆਰਾਮ ਵਾਲੀਆਂ ਵਸਤੂਆਂ, ਏਸੀ ਅਤੇ ਸੋਫਾ ਸੈੱਟ ਵੀ ਆ ਗਏ। ਹਰ ਇੱਕ ਨੂੰ ਆਪਣੇ ਘਰ ਦੇ ਵਿੱਚ ਫਰਨੀਚਰ ਸੈੱਟ ਚਾਹੀਦਾ ਹੁੰਦਾ ਹੈ, ਬਟ ਜਿੱਦਾਂ ਜਿੱਦਾਂ ਅਸੀਂ ਚੀਜ਼ਾਂ ਨੂੰ ਅਪਗ੍ਰੇਡ ਕਰਦੇ ਰਹਿੰਦੇ ਹਾਂ ਆਪਣੇ ਘਰ ਦੇ ਵਿੱਚ, ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਅਸੀਂ ਸੁੱਖ ਆਰਾਮ ਨੂੰ ਹੋਰ ਜ਼ਿਆਦਾ ਵਧਾਉਂਦੇ ਰਹਿੰਦੇ। ਜਿਵੇਂ ਕਿ ਪਹਿਲਾਂ ਪੁਰਾਣੇ ਸੋਫੇ ਹੁੰਦੇ ਸੀ, ਛੋਟੇ ਹੁੰਦੇ ਸੀ, ਹੁਣ ਰੈਕਟਲਾਈਨਰ ਆ ਗਏ, ਜਿਹਦੇ 'ਤੇ ਕਿ ਇੱਕ ਪਰਸਨ ਲੇਟ ਵੀ ਸਕਦਾ ਹੈ। ਸੋ ਸਾਡੇ ਸੁੱਖ ਆਰਾਮ ਦੀਆਂ ਵਸਤੂਆਂ ਵੱਧਦੀਆਂ ਜਾ ਰਹੀਆਂ ਨੇ। ਏਸੀ ਹੈ, ਪਹਿਲਾਂ ਅਸੀਂ ਪੱਖਿਆਂ ਥੱਲੇ ਬੈਠਦੇ ਸੀ, ਕੂਲਰ ਆ ਗਏ, ਹੁਣ ਏਸੀ ਹੈ ਜਿਹਦੇ ਨੂੰ ਕਿ ਅਸੀਂ ਕਮਰਾ ਠੰਡਾ ਹੋ ਜਾਂਦਾ ਕਿ ਸਾਰੀ ਫੈਮਿਲੀ ਇੱਕ ਜਗ੍ਹਾ 'ਤੇ ਬੈਠ ਜਾਂਦੀ ਹੈ ਔਰ ਉੱਥੇ ਉਹਨਾਂ ਨੂੰ ਗਰਮੀ ਦਾ ਅਹਿਸਾਸ ਨਹੀਂ ਹੁੰਦਾ। ਸੋ ਸਾਡੀਆਂ ਸੁੱਖ ਆਰਾਮ ਦੀਆਂ ਵਸਤੂਆਂ, ਇਹ ਸਾਰੀਆਂ ਖਪਤਕਾਰੀਆਂ ਵਸਤੂਆਂ ਆਉਂਦੀਆਂ ਕਿ ਜਿਹੜੀਆਂ ਅਸੀਂ ਕੰਜ਼ਿਊਮ ਕਰਦੇ ਹਾਂ, ਜਿਹੜੀਆਂ ਚੀਜ਼ਾਂ ਨੂੰ ਅਸੀਂ ਰੋਜ਼ਾਨਾ ਵਰਤਦੇ ਹਾਂ। ਉਦਯੋਗਿਕ ਵਸਤੂਆਂ, ਫਿਰ ਦੂਸਰੇ ਤਰ੍ਹਾਂ ਦੀ ਇਹ ਵਸਤੂਆਂ ਹੁੰਦੀਆਂ ਜਿਹੜੀਆਂ ਕਿ ਉਦਯੋਗਿਕ ਵਸਤੂਆਂ ਹੁੰਦੀਆਂ ਨੇ। ਉਦਯੋਗਿਕ ਵਸਤੂਆਂ ਦਾ ਮਤਲਬ ਹੁੰਦਾ ਜਿਹੜੀਆਂ ਉਤਪਾਦਨ ਕਰਨ ਦੇ ਲਈ ਵਰਤੀਆਂ ਜਾਂਦੀਆਂ ਹਨ। ਇਹਨਾਂ ਦੀ ਵਰਤੋਂ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ, ਜਿਵੇਂ ਕੱਚਾ ਮਾਲ, ਮਸ਼ੀਨਾਂ ਆਦਿ। ਇਹਨਾਂ ਨੂੰ ਕਿਸੇ ਚੀਜ਼ ਦਾ ਉਤਪਾਦਨ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਵਿਕਰੀਯੋਗ ਵਸਤੂਆਂ ਦੇ ਸੰਬੰਧ ਵਿੱਚ ਹੇਠ ਲਿਖੀਆਂ 6 ਵਿਸ਼ੇਸ਼ਤਾਵਾਂ ਸਹੀ ਹੋਣੀਆਂ ਚਾਹੀਦੀਆਂ ਹਨ। ਕਿ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕੋਈ ਵਸਤੂ ਵਿਕਰੀਯੋਗ ਹੈ ਜਾਂ ਨਹੀਂ ਹੈ, ਅਸੀਂ ਵਸਤੂਆਂ ਪੜ੍ਹ ਲਈਆਂ ਕਿ ਕਿਹੜੇ ਕਿਸਮ ਦੀਆਂ ਹੁੰਦੀਆਂ ਹਨ, ਅਸੀਂ ਇਹ ਦੇਖਣਾ ਕਿ ਕੀ ਇਹ ਵਸਤੂ ਵਿਕਰੀਯੋਗ ਹੈ। ਸੋ ਉਹਦੇ 'ਚ ਅਸੀਂ ਇਹ ਦੇਖਦੇ ਹਾਂ ਸਭ ਤੋਂ ਪਹਿਲਾਂ ਕਿ ਵਸਤੂ ਦੀ ਕਿਹੜੀ ਕਿਸਮ ਹੈ।
किस किस्म की वस्तु असी वेचण जा रहे हैं, फिर उसका म्यार की है, म्यार मतलब लैवल कि उस दे विच उहदी क्वालिटी किद्दां दी है, मतलब वो किद्दां दे उहदे विच बनी हुई है, फिर उहदी कीमत की है। हर एक परसन अलग अलग कीमत दीयां वस्तुआं खरीदणियां पसंद करदा है। हर एक बंदा अपनी अपने शौक के अनुसार, अपनी आमदन के अनुसार, अपनी आर्थिकता के अनुसार चीज़ां खरीददा है। सो जिहड़ा परचूनकार है ਉਹਨੂੰ हर तरह के ਗਾਹਕ ਨੂੰ ध्यान ਦੇ ਵਿੱਚ ਰੱਖ ਕੇ ਉਸ ਤਰ੍ਹਾਂ ਦੀ ਕੀਮਤ ਅਤੇ ਉਸ ਤਰ੍ਹਾਂ ਦੇ ਮਿਕਦਾਰ ਨੂੰ ਧਿਆਨ ਦੇ ਵਿੱਚ ਰੱਖ ਕੇ ਵਸਤੂਆਂ ਨੂੰ ਲੈ ਕੇ ਆਉਣਾ ਪੈਂਦਾ ਹੈ। ਸਮਾਂ ਵਿਸ਼ੇਸ਼ਤਾਵਾਂ ਕੀ ਅਸੀਂ ਚੀਜ਼ ਸਹੀ ਸਮੇਂ 'ਤੇ ਲੈ ਕੇ ਆ ਰਹੇ ਹਾਂ ਕਿ ਇਸ ਸਮੇਂ ਇਸ ਵਸਤੂ ਦਾ ਉਪਯੋਗ ਹੋਣਾ ਹੈ ਜਾਂ ਇਹ ਵਸਤੂ ਇਸ ਸਮੇਂ ਇਸ ਜਗ੍ਹਾ 'ਤੇ ਵਿਕ ਜਾਏਗੀ। ਸਥਾਨ ਕਿ ਕਿਹੜੀ ਜਗ੍ਹਾ 'ਤੇ ਅਸੀਂ ਉਸ ਚੀਜ਼ ਨੂੰ ਵੇਚ ਰਹੇ ਹਾਂ, ਕਿ ਕੋਈ ਸਾਡੀ ਜਿਹੜੀ ਜੋ ਵੀ ਦੁਕਾਨ ਦੀ ਲੋਕੇਸ਼ਨ ਹੈ ਉਹ ਕੀ ਉਸ ਜਗ੍ਹਾ 'ਤੇ ਹੈ ਜਿੱਥੇ ਕਿ ਉਹ ਚੀਜ਼ ਵਿਕੇਗੀ। ठीक है, सो ये सारे इन्हां सारियां विशेषतावां का सानू ध्यान रखना पैंदा है। असीं कह सकते हैं कि विक्री होने लई सही किस्म दीयां मियारी वस्तुआं सही कीमत अते मिकदार विच सही समय ते सही स्थान ते उपलब्ध होणीआं चाहीदियां हन। हुण इन्हां 6 विशेषतावां नूं असीं एक लाइन दे विच कह सकते हैं कि सही किस्म की चीज़ सही म्यार ते सही कीमत अते सही मिकदार दे विच एक सही समय ते सही स्थान ते उपलब्ध होणीआं चाहीदियां हन। जिवें कि अजकल मौसम चेंज होण जा रहा है, अगर सर्दी तो गर्मी आ रही है तो गर्मी तो दोबारा सर्दी आ रही है कि सर्दी तो बाद गर्मियां वाला समान आ रहा, जिद्दां दा समान सानू गर्मियां 'च चाहीदा है, कि वो सानू सही कीमत ते बेचिया जा रहा है, कि ਉਹਦੀ क्वालिटी सही है, कि ਉਹਦਾ मापदंड सारा कुछ सही है और सही स्थान ਤੇ भी सानू उपलब्ध है वो चीज़। सो ये सारियां चीज़ां विक्रीयोग वस्तुआं दे संबंध दे विच सही होणीआं चाहीदियां कि सानू हर चीज़ सही मौके ते सही कीमत ते मिलदी होवे। विक्री वस्तुआं का सही मिश्रण तय करने लई हेठ लिखे कदम उठाए जाते हैं। ਕਹਿੰਦੇ ਕਿ ਜਦੋਂ ਅਸੀਂ ਵਸਤੂਆਂ ਨੂੰ ਵੇਚਣ ਯੋਗ ਬਣਾਉਂਦੇ ਹਾਂ ਤਾਂ ਉਹਨਾਂ ਦੇ ਲਈ ਹਰ ਚੀਜ਼ ਦਾ ਇੱਕ ਸਹੀ ਮਿਸ਼ਰਣ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਨਿਸ਼ਾਨੇ ਹੇਠ ਗਾਹਕਾਂ ਦਾ ਅਨੁਮਾਨ ਲਗਾਉਣਾ। ਸਾਡੇ ਟਾਰਗੇਟ ਕਸਟਮਰਸ ਕਿਹੜੇ ਆ, ਅਸੀਂ ਇਹ ਅਨੁਮਾਨ ਲਗਾਉਣਾ ਕਿ ਸਾਡੀ ਦੁਕਾਨ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਆਉਂਦੇ ਆ, ਅਸੀਂ ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਵੇਚ ਸਕਦੇ ਹਾਂ। ਸੋ ਸਾਨੂੰ ਟਾਰਗੇਟ ਰੱਖਣਾ ਪੈਂਦਾ ਹੈ, ਆਪਣੇ ਦਿਮਾਗ ਦੇ ਵਿੱਚ ਰੱਖਣਾ ਪੈਂਦਾ ਜਾਂ ਇੱਕ ਡੇਟਾਬੇਸ ਤਿਆਰ ਕਰਨਾ ਪੈਂਦਾ ਕਿ ਅਸੀਂ ਇਹ ਧਿਆਨ ਰੱਖਦੇ ਕਿ ਕਿਹੜੇ ਤਰ੍ਹਾਂ ਦਾ ਵਿਅਕਤੀ किस तरह की चीज़ खरीद के लैके जा सकता है। जानकारियाँ इकट्ठियाँ करना, सानू जानकारी इकट्ठी करनी पैंदी है मार्केट च कि अजकल मार्केट च की ट्रेंड चलता पिया आ, तो सानू फैशन के अकॉर्डिंग मौसम के अकॉर्डिंग सानू लोकां नाल भी गलबात करते रहना चाहिए कि वो किद्दां दी चीज़ पसंद करते हैं। अगर असीं उन्हां नाल गलबात करांगे तो उन्हां तो जानकारी प्राप्त करांगे, फिर सानू इस चीज़ का अनुमान हो सकता है कि असीं किहड़ी चीज़ वेच सकते। अगर साडा गाहक किसी चीज़ दे विच इंटरस्ट दिखाएगा कि हाँ तुसीं तुहाडे कोल आ चीज़ नहीं हुंदी, मैं ये चीज़ पसंद करदा हाँ, ਤਾਂ ਤੁਸੀਂ ਉਹ ਚੀਜ਼ ਲਿਆ ਕੇ ਅਗਰ ਰੱਖੋਗੇ ਤਾਂ ਤੁਹਾਡਾ ਗਾਹਕ ਤਾਂ ਉਸ ਚੀਜ਼ ਨੂੰ ਖਰੀਦੇਗਾ ਅਤੇ ਉਹਦੇ ਨਾਲ ਉਸ ਸਮਾਨ ਦੀ ਵਿਕਰੀ ਵਧੇਗੀ ਔਰ ਤੁਹਾਡੀ ਦੁਕਾਨ ਦੇ ਵਿੱਚ ਚੀਜ਼ ਦੀਆਂ ਕਿਸਮਾਂ ਦਾ ਵੀ ਵਾਧਾ ਹੋਏਗਾ। ਅੰਕੜਿਆਂ ਦਾ ਵਿਸ਼ਲੇਸ਼ਣ ਕਰਨਾ, ਅੰਕੜੇ ਚੈੱਕ ਕਰਨੇ ਕਿ ਕਿੱਦਾਂ ਦਾ ਮਾਰਕੀਟ ਟ੍ਰੈਂਡ ਚੱਲ ਰਿਹਾ, ਮਾਰਕੀਟ ਦੇ ਵਿੱਚ ਕਿੱਦਾਂ ਦਾ ਅਪਕਮਿੰਗ ਨਵਾਂ ਬ੍ਰਾਂਡ ਕਿਹੜਾ ਆ ਰਿਹਾ, ਕਿਹੜੀ ਚੀਜ਼ ਨੂੰ ਲੋਕ ਜ਼ਿਆਦਾ ਪਸੰਦ ਕਰ ਰਹੇ ਨੇ। ਜਿਵੇਂ ਕਿ ਅੱਜ ਕੱਲ੍ਹ ਮੇਕਅਪ ਦੇ ਵਿੱਚ ਜੁਐਲਰੀ ਦੇ ਵਿੱਚ ਬਹੁਤ ਜ਼ਿਆਦਾ ਬੂਮ ਆ ਰਿਹਾ ਕਿ ਡਿਫਰੈਂਟ ਤਰ੍ਹਾਂ ਦੇ ਮੇਕਅਪ ਟ੍ਰੈਂਡਸ ਚੱਲਦੇ ਆ ਤਾਂ ਉਸ ਹਿਸਾਬ ਦੀ ਹੀ ਵਿਕਰੀ ਹੁੰਦੀ ਹੈ। ਸੋ ਤੁਸੀਂ ਅਗਰ ਅਪ ਟੂ ਡੇਟ ਰਹੋਗੇ, ਅੰਕੜਿਆਂ ਦੇ ਨਾਲ ਅਪ ਟੂ ਡੇਟ ਰਹੋਗੇ, ਉਹਨਾਂ ਦਾ ਵਿਸ਼ਲੇਸ਼ਣ ਕਰੋਗੇ ਔਰ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰੋਗੇ, ਉਸ ਦੇ ਨਾਲ ਕੀ ਹੋਏਗਾ ਤੁਹਾਡਾ ਜਿਹੜਾ ਤੁਸੀਂ ਆਪਣਾ ਸਹੀ ਮਿਆਰ ਤੈਅ ਕਰ ਸਕਦੇ। ਤੁਹਾਨੂੰ ਪਤਾ ਹੋਏਗਾ ਕਿ ਤੁਸੀਂ ਵਿਕਰੀਯੋਗ ਕਿਹੜੀਆਂ ਵਸਤੂਆਂ ਆਪਣੀ ਦੁਕਾਨ ਦੇ ਵਿੱਚ ਰੱਖਣੀਆਂ ਹਨ। ਵਿਕਰੀ ਕਰਨ ਲਈ ਵਸਤੂਆਂ ਦੇ ਵਰਗ ਦੀ ਚੌੜਾਈ ਅਤੇ ਡੂੰਘਾਈ ਤੈਅ ਕਰਨੀ ਕਿ ਕਿੰਨੀ ਮਾਤਰਾ ਦੇ ਵਿੱਚ ਔਰ ਕਿੰਨੀ ਜ਼ਿਆਦਾ ਤੁਹਾਡੇ ਕੋਲ ਵਸਤੂ ਹੋਣੀ ਚਾਹੀਦੀ ਹੈ। ਇੱਕ ਵਸਤੂ ਡੂੰਘਾਈ ਦਾ ਮਤਲਬ ਕਿ ਇੱਕ ਵਸਤੂ ਕਿੰਨੀ ਮਾਤਰਾ 'ਚ ਹੋਵੇ ਔਰ ਚੌੜਾਈ ਦਾ ਮਤਲਬ ਕਿ ਉਸ ਵਰਗ ਦੇ ਵਿੱਚ ਤੁਸੀਂ ਕਿੰਨੇ ਬ੍ਰਾਂਡ ਦੀਆਂ ਕਿੰਨੀਆਂ ਚੀਜ਼ਾਂ ਰੱਖਣੀਆਂ ਹਨ, ਕਿ ਅਲੱਗ-ਅਲੱਗ ਤੁਸੀਂ ਕਿੰਨੇ ਬ੍ਰਾਂਡਸ ਨੂੰ ਆਪਣੀ ਦੁਕਾਨ ਦੇ ਵਿੱਚ ਰੱਖ ਸਕਦੇ ਹੋ ਤਾਂ ਕਿ ਤੁਸੀਂ ਗਾਹਕ ਨੂੰ ਵੀ ਸੈਟੀਸਫਾਈ ਕਰ ਸਕੋ ਔਰ ਤੁਹਾਡਾ ਵੀ ਜਿਹੜਾ ਡਿਵੈਲਪਮੈਂਟ ਹੋ ਸਕੇ। ਕਿਉਂਕਿ ਜਿੰਨੇ ਜ਼ਿਆਦਾ ਤੁਸੀਂ ਕਿਸਮਾਂ ਰੱਖੋਗੇ ਉਸ ਦੇ ਨਾਲ ਕੀ ਆ ਕਿ ਜਿਹੜਾ ਗਾਹਕ ਵਰਗਾ ਹੋਰ ਜ਼ਿਆਦਾ ਤੁਹਾਡੇ ਕੋਲ ਵਧੇਗਾ। ਗਾਹਕ ਨੂੰ ਪਤਾ ਹੋਏਗਾ ਕਿ ਇਹਦੇ ਕੋਲ ਇਸ ਦੁਕਾਨਦਾਰ ਕੋਲ ਹਰ ਮਿਆਰ ਦੀ ਚੀਜ਼ ਉਪਲਬਧ ਹੈ, ਹਰ ਕੀਮਤ ਦੀ ਚੀਜ਼ ਉਪਲਬਧ ਹੈ। ਸੋ ਜਿਹੜੀ ਗਾਹਕ ਦੀ ਵਾਕ ਇਨ ਹੈ ਤੁਹਾਡੀ ਦੁਕਾਨ ਦੇ ਵਿੱਚ ਹੋਰ ਜ਼ਿਆਦਾ ਵਧੇਗੀ ਔਰ ਜਿਹੜਾ ਤੁਹਾਡਾ ਬਿਜ਼ਨਸ ਆ ਹੋਰ ਜ਼ਿਆਦਾ ਐਡਵਾਂਸ ਹੋਏਗਾ। ਹੁਣ ਅਸੀਂ ਗੱਲ ਕਰਾਂਗੇ ਵਪਾਰਕ ਵਸਤੂਆਂ ਸੰਬੰਧੀ ਟੋਟਕੇ ਕਿ ਵਪਾਰਕ ਵਸਤੂਆਂ ਸੰਬੰਧੀ ਕਿਹੜੇ ਟੋਟਕੇ ਹੁੰਦੇ ਹਨ। ਵੇਚਕਾਰ ਨੂੰ ਪ੍ਰਚਲਿਤ ਰਿਵਾਜ ਅਤੇ ਮੌਸਮ ਦੇ ਅਨੁਕੂਲ ਵਸਤੂਆਂ ਰੱਖਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲੀ ਚੀਜ਼ ਅਸੀਂ ਇਸ ਬਾਰੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਇੱਕ ਜਿਹੜਾ ਵੇਚਕਾਰ ਹੈ ਜਾਂ ਵਿਕਰੇਤਾ ਹੈ ਉਹਨੂੰ ਜੋ ਵੀ ਪ੍ਰਚਲਿਤ ਰਿਵਾਜ ਹੈ ਅਤੇ ਜੋ ਵੀ ਮੌਸਮ ਹੈ ਉਸ ਦੇ ਅਨੁਕੂਲ ਵਸਤੂਆਂ ਰੱਖਣੀਆਂ ਚਾਹੀਦੀਆਂ ਤਾਂ ਉਹਦੀ ਵਿਕਰੀ ਜ਼ਰੂਰ ਹੋਏਗੀ। ਨਿਸ਼ਾਨੇ ਹੇਠ ਗਾਹਕਾਂ ਦੀ ਉਮਰ, ਲਿੰਗ ਅਤੇ ਸਵਾਦ ਅਨੁਸਾਰ ਵਸਤੂਆਂ ਦਾ ਭੰਡਾਰਨ ਹੋਣਾ ਚਾਹੀਦਾ ਹੈ। ਜਿਹੜੇ ਤੁਸੀਂ ਗਾਹਕਾਂ ਨੂੰ ਟਾਰਗੇਟ ਕਰ ਰਹੇ ਹੋ ਕਿ ਹਾਂ ਇਹ ਮੇਰੇ ਪੱਕੇ ਗਾਹਕ ਨੇ,
ਜਾਂ ਇਸ ਵਰਗ ਦੇ ਗਾਹਕ ਮੇਰੇ ਕੋਲ ਜ਼ਿਆਦਾ ਆਉਂਦੇ ਨੇ। ਮੇਰੇ ਕੋਲ 21 ਤੋਂ 25 ਸਾਲ ਦੀਆਂ ਕੁੜੀਆਂ ਜ਼ਿਆਦਾ ਆਉਂਦੀਆਂ ਕਿਉਂਕਿ ਮੇਰੀ ਦੁਕਾਨ ਕਾਲਜ ਦੇ ਕੋਲ ਹੈ ਫੋਰ ਐਗਜ਼ਾਮਪਲ। ਸੋ ਤੁਸੀਂ ਉਹਨਾਂ ਦੇ ਅਕੋਰਡਿੰਗ, ਉਹਨਾਂ ਦੇ ਟੇਸਟ ਦੇ ਅਕੋਰਡਿੰਗ, ਉਹਨਾਂ ਦੇ ਉਮਰ ਦੇ ਅਕੋਰਡਿੰਗ, ਜੈਂਡਰ ਮੇਲ ਫੀਮੇਲ, ਉਸ ਅਕੋਰਡਿੰਗ ਤੁਸੀਂ ਚੀਜ਼ਾਂ ਰੱਖੋਗੇ। ਸਪੋਜ਼ ਕਰੋ ਕਿ ਤੁਹਾਡੀ ਸ਼ੌਪ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਤੁਹਾਡੀ ਅਗਰ ਸ਼ੌਪ ਕਾਲਜ ਦੇ ਕੋਲ ਹੈ, ਕਾਲਜ ਦੇ ਵਿੱਚ ਬॉयज़ ਔਰ ਗਰਲਸ ਦੋਨੋਂ ਹੁੰਦੇ ਨੇ। ਸੋ ਤੁਸੀਂ ਅਗਰ ਕੁਝ ਵੈਰਾਈਟੀ ਗਰਲਸ ਦੇ ਲਈ ਰੱਖ ਰਹੇ ਹੋ, ਸੋ ਦੈਨ ਤੁਸੀਂ ਕੁਝ ਵੈਰਾਈਟੀ ਬॉयज़ ਲਈ ਵੀ ਰੱਖੋਗੇ, ਤਾਂ ਕਿ ਹਰ ਉਮਰ ਦੇ, ਹਰ ਲਿੰਗ ਦੇ ਔਰ ਹਰ ਟੇਸਟ ਦੇ ਅਕੋਰਡਿੰਗ ਜਿਹੜੇ ਗਾਹਕ ਤੁਹਾਡੇ ਕੋਲ ਆਉਣ ਅਤੇ ਉਸ ਅਕੋਰਡਿੰਗ ਤੁਹਾਡੇ ਜਿਹੜੇ ਵਸਤੂਆਂ ਦਾ ਭੰਡਾਰਨ ਹੋਵੇ, ਤਾਂ ਹੀ ਤੁਹਾਡੀ ਦੁਕਾਨ ਦੇ ਵਿੱਚ ਵਿਕਰੀ ਹੋਰ ਜ਼ਿਆਦਾ ਵਧੇਗੀ। ਖਾਸ ਕਰਕੇ ਬੱਚਿਆਂ ਨਾਲ ਸੰਬੰਧਿਤ ਵਸਤੂਆਂ ਪ੍ਰਚਲਿਤ ਕਾਰਟੂਨ ਚਰਿੱਤਰਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ, ਜਿਵੇਂ ਕਿ ਬਾਰਬੀ, ਛੋਟਾ ਭੀਮ, ਸ਼ਿਨਚੈਨ ਆਦਿ। ਇਹ ਉਹਨਾਂ ਨੂੰ ਉਤੇਜਿਤ ਕਰਦੇ ਹਨ। ਜਿੱਦਾਂ ਕਿ ਬੱਚਿਆਂ ਨਾਲ ਸੰਬੰਧਿਤ ਚੀਜ਼ਾਂ ਨੇ, ਜਿੱਦਾਂ ਬੱਚੇ ਨੇ ਅਗਰ ਉਹਨਾਂ ਨੇ ਕਾਰਡਬੋਰਡ ਵੀ ਲੈਣਾ ਹੋਵੇ ਤਾਂ ਉਹ ਦੇਖਦੇ ਨੇ ਕਿ ਕੀ ਇਹਦੇ ਉੱਪਰ ਸਾਡਾ ਫੇਵਰੇਟ ਕਾਰਟੂਨ ਕਰੈਕਟਰ ਬਣਿਆ ਹੋਇਆ ਹੈ। ਸੋ ਇੱਦਾਂ ਦੀ ਅਗਰ ਚੀਜ਼ਾਂ ਦਾ ਅਸੀਂ ਭੰਡਾਰਨ ਕਰਾਂਗੇ ਤਾਂ ਇਹਦੇ ਨਾਲ ਕੀ ਹੋਏਗਾ, ਸਾਡੀ ਵਿਕਰੀ ਵਧੇਗੀ, ਕਿਉਂਕਿ ਜਿਹੜਾ ਗਾਹਕ ਹੈ, ਗਾਹਕ ਦਾ ਜਿਹੜਾ ਇੰਟਰਸਟ ਹੈ ਉਹਦਾ ਇਹਨਾਂ ਚੀਜ਼ਾਂ ਵਿੱਚ ਹੈ। ਛੋਟੇ ਬੱਚਿਆਂ ਦਾ ਇੰਟਰਸਟ ਇਹਨਾਂ ਚੀਜ਼ਾਂ 'ਚ ਹੁੰਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਛੋਟੇ ਬੱਚੇ ਉਹਨਾਂ ਚੀਜ਼ਾਂ 'ਚ ਬਹੁਤ ਇੰਟਰਸਟਡ ਹੁੰਦੇ ਨੇ ਕਿ ਹਾਂ ਮੈਂ ਫਲਾਨਾ ਚਾਕਲੇਟ ਲਊਂਗਾ, ਜਿੱਦਾਂ ਕਿ ਕੋਈ ਬ੍ਰਾਂਡ ਹੈ, ਸਪੋਜ਼ ਕਰੋ ਜਿੱਦਾਂ ਚਾਕਲੇਟ ਐਗਸ ਨੇ ਆਉਂਦੇ ਨੇ ਕਿ ਕਿੰਡਰ ਜੋਏ ਵਾਂਗ, ਉਹਦੇ ਵਿੱਚ ਇੱਕ ਪਾਸੇ ਉਹਨਾਂ ਦੇ ਲਈ ਖਾਣ ਦੇ ਲਈ ਚਾਕਲੇਟ ਵਾਲੀ ਚੀਜ਼ ਹੁੰਦੀ ਹੈ ਔਰ ਦੂਸਰੇ ਪਾਸੇ ਟੋਏ ਹੁੰਦਾ ਹੈ। ਬੱਚੇ ਖਾਣ ਵਾਲੀ ਚੀਜ਼ ਨਾਲੋਂ ਵੀ ਜ਼ਿਆਦਾ ਇੰਟਰਸਟਡ ਆਪਣੇ ਟੋਏ ਵਿੱਚ ਹੁੰਦੇ ਨੇ। ਸੋ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ ਕਿ ਜਿਨ੍ਹਾਂ ਵਿੱਚ ਬੱਚਿਆਂ ਦਾ ਜਾਂ ਜੋ ਵੀ ਤੁਹਾਡਾ ਗਾਹਕ ਦਾ ਟਾਰਗੇਟ ਹੈ, ਕਿ ਕਿਸ ਵਰਗ ਦਾ, ਕਿਸ ਉਮਰ ਦਾ ਤੁਹਾਡਾ ਟਾਰਗੇਟ ਹੈ, ਉਹ ਉਤੇਜਿਤ ਹੋ ਸਕੇ ਔਰ ਆਕਰਸ਼ਿਤ ਹੋ ਕੇ ਤੁਹਾਡੀ ਦੁਕਾਨ ਦੇ ਵਿੱਚ ਆ ਕੇ ਖਰੀਦ ਕਰ ਸਕੇ। ਵਪਾਰਕ ਵਸਤੂਆਂ ਦੇ ਪ੍ਰਚੂਨਕਾਰਾਂ ਵਿੱਚੋਂ ਸਹੀ ਕਿਸਮ ਦੀ ਚੋਣ ਕਰਨੀ, ਕਿ ਵਪਾਰਕ ਵਸਤੂਆਂ ਦੇ ਪ੍ਰਚੂਨਕਾਰ ਜਿੱਦਾਂ ਕੁਝ ਮਤਲਬ ਕਿਹੜੀ ਸਹੀ ਕਿਸਮ ਆ, ਕਿੱਦਾਂ ਦੀ ਦੁਕਾਨ 'ਤੇ ਕਿੱਦਾਂ ਦਾ ਸਮਾਨ ਹੋਣਾ ਚਾਹੀਦਾ ਹੈ। ਜਿੱਦਾਂ ਕੁਝ ਛੋਟ ਸਟੋਰ ਹੁੰਦੇ ਹਨ, ਡਿਸਕਾਊਂਟ ਸਟੋਰ, ਜਿਹਦੇ ਵਿੱਚ ਕਿ ਸਮਾਨ 'ਤੇ ਨਾਰਮਲ ਮਾਰਕੀਟ ਪ੍ਰਾਈਸ ਨਾਲੋਂ ਛੋਟ ਦਿੱਤੀ ਜਾਂਦੀ ਹੈ, ਉੱਦਾਂ ਦੇ ਸਟੋਰ ਹੁੰਦੇ ਹਨ। ਖਾਸੀਅਤ ਸਟੋਰ ਕਿ ਸਪੈਸ਼ਲਾਈਜ਼ਡ, ਕਿ ਇੱਥੇ ਇਸ ਕਿਸਮ ਦਾ ਹੀ ਸਮਾਨ ਮਿਲਦਾ ਹੈ। ਜਿੱਦਾਂ ਕਹਿ ਲਓ ਸੋਨੇ ਦੀ ਦੁਕਾਨ ਹੋ ਗਈ, ਠੀਕ ਆ, ਜਿੱਥੇ ਸੋਨੇ ਦੇ ਗਹਿਣੇ ਹੀ ਮਿਲਦੇ ਹਨ। ਸੋ ਇੱਦਾਂ ਦੇ ਖਾਸੀਅਤ ਸਟੋਰ ਹੋ ਗਏ ਕਿ ਜਿੱਦਾਂ ਇੱਥੇ ਇਲੈਕਟ੍ਰੋਨਿਕਸ ਦਾ ਹੀ ਸਮਾਨ ਮਿਲਦਾ ਹੈ। ਵਰਗ ਦੇ ਮਾਹਿਰ, ਡਿਪਾਰਟਮੈਂਟ ਦੇ ਅਕੋਰਡਿੰਗ ਕਿ ਆਹ ਡਿਪਾਰਟਮੈਂਟ ਬੱਚਿਆਂ ਦਾ ਹੈ, ਆਹ ਜੈਂਟਸ ਦਾ ਹੈ। ਡਿਪਾਰਟਮੈਂਟਲ ਸਟੋਰਸ ਹੋ ਗਏ। ਘਰ ਸੁਧਾਰ ਕੇਂਦਰ ਕਿ ਜਿਹੜੇ ਮਤਲਬ ਕਿ ਜਿਹਦੇ ਵਿੱਚ ਕਿ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਮਿਲਦੀਆਂ ਹਨ ਕਿ ਜਿੱਥੇ ਕਿ ਤੁਸੀਂ ਆਪਣਾ ਦੇਖ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਕੋਈ ਨਵਾਂ ਫਰਨੀਚਰ ਲੈ ਕੇ ਆਉਣਾ ਹੈ, ਉੱਦਾਂ ਦੀਆਂ ਚੀਜ਼ਾਂ ਉਹਦੇ ਵਿੱਚ ਆ ਸਕਣ। ਵਿਭਾਗੀ ਸਟੋਰ, ਡਿਪਾਰਟਮੈਂਟਲ ਸਟੋਰਸ ਹੋ ਗਏ। ਦਵਾਖਾਨੇ, ਮੈਡੀਕਲ ਸਟੋਰਸ ਹੁੰਦੇ ਆ। ਕੀਮਤਾਂ ਘਟਾ ਕੇ ਵੇਚਣ ਵਾਲੇ ਕੁਝ ਇੱਕ ਛੋਟ ਸਟੋਰ ਹੁੰਦੇ ਹਨ, ਇੱਕ ਥੋੜ੍ਹੀਆਂ ਮਾਰਕੀਟ ਪ੍ਰਾਈਸ ਤੋਂ ਬਲਕ ਦੇ ਵਿੱਚ ਸਮਾਨ ਵੱਡੇ ਵਪਾਰੀਆਂ ਤੋਂ ਖਰੀਦ ਕੇ ਫਿਰ ਆਪਣੇ ਗਾਹਕ ਬੇਸ ਨੂੰ ਜ਼ਿਆਦਾ ਵਧਾਉਣ ਦੇ ਲਈ ਕਿ ਗਾਹਕ ਉਹਨਾਂ ਕੋਲ ਜ਼ਿਆਦਾ ਹਨ, ਉਹ ਮਾਰਕੀਟ ਨਾਲੋਂ ਘੱਟ ਪ੍ਰਾਈਸ 'ਤੇ ਵੇਚ ਦਿੰਦੇ ਹਨ। ਉਹਦੇ ਨਾਲ ਕੀ ਆ, ਉਹਨਾਂ ਦਾ ਜਿਹੜੇ ਗਾਹਕ ਆ ਉਹਨਾਂ ਦੀ ਦੁਕਾਨ 'ਤੇ ਆਵਾਜਾਈ ਲੋਕਾਂ ਦੀ ਵੱਧਦੀ ਰਹਿੰਦੀ ਹੈ। ਮੁੱਲ ਵਰਧਕ ਪ੍ਰਚੂਨਕਾਰ ਕਿ ਜਿੱਦਾਂ ਕੁਝ ਫਿਕਸਡ ਪ੍ਰਾਈਸ ਪ੍ਰਚੂਨਕਾਰ ਹੁੰਦੇ ਹਨ ਕਿ ਹਾਂ ਮਤਲਬ ਫਿਕਸ ਚੀਜ਼ ਹੀ ਮਿਲੇਗੀ। ਸੋ ਹਰ ਇੱਕ ਤਰ੍ਹਾਂ ਦੀ ਜਿਹੜੇ ਪ੍ਰਚੂਨਕਾਰ ਆ ਇਹਨਾਂ ਦੀਆਂ ਵੀ ਇਸ ਹਿਸਾਬ ਨਾਲ ਅਲੱਗ-ਅਲੱਗ ਕਿਸਮਾਂ ਹੁੰਦੀਆਂ ਹਨ। ਸੋ ਅਲੱਗ-ਅਲੱਗ ਕਿਸਮ ਦੇ ਅਕੋਰਡਿੰਗ ਤੁਸੀਂ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣਾ ਦੇਖਣਾ ਕਿ ਤੁਸੀਂ ਕਿਹੜੇ ਵਪਾਰ ਦੇ ਵਿੱਚ ਹੈਗੇ ਹੋ ਅਤੇ ਤੁਸੀਂ ਕਿਸ ਅਕੋਰਡਿੰਗ ਆਪਣੀਆਂ ਚੀਜ਼ਾਂ ਦੀਆਂ ਕਿਸਮਾਂ ਅਤੇ ਉਹਨਾਂ ਦਾ ਮਿਆਰੀਕਰਨ ਕਰਨਾ ਹੈ। ਹੁਣ ਅਸੀਂ ਗੱਲ ਕਰਾਂਗੇ ਸੈਕਿੰਡ ਸੈਸ਼ਨ ਦੀ। ਸੈਕਿੰਡ ਸੈਸ਼ਨ ਦੇ ਵਿੱਚ ਅਸੀਂ ਪੜ੍ਹਾਂਗੇ ਵਸਤੂ ਪ੍ਰਬੰਧਕ ਦੀ ਭੂਮਿਕਾ ਅਤੇ ਕਾਰਜ। ਵਪਾਰਕ ਦੁਨੀਆ ਵਿੱਚ ਕਈ ਕਿਸਮ ਦੇ ਵਸਤੂ ਪ੍ਰਬੰਧਕ ਹੁੰਦੇ ਹਨ, ਜਿਵੇਂ ਅਧੀਨ ਵਸਤੂ ਪ੍ਰਬੰਧਕ, ਉੱਚ ਵਸਤੂ ਪ੍ਰਬੰਧਕ, ਕਾਰਜਕਾਰੀ ਵਸਤੂ ਪ੍ਰਬੰਧਕ ਆਦਿ। ਜਦੋਂ ਅਸੀਂ ਵਪਾਰਕ ਦੁਨੀਆ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਬਹੁਤ ਤਰ੍ਹਾਂ ਦੇ ਵਸਤੂ ਪ੍ਰਬੰਧਕ ਹੁੰਦੇ ਹਨ, ਜਿਵੇਂ ਕਿ ਅਧੀਨ ਵਸਤੂ ਪ੍ਰਬੰਧਕ ਜਿਹੜੇ ਕਿ ਸਟੋਰ ਦੇ ਵਿੱਚ ਦੇਖਦੇ ਹਨ ਕਿ ਸਮਾਨ ਨੂੰ ਕਿਵੇਂ ਸੈੱਟ ਕੀਤਾ ਜਾਣਾ ਹੈ, ਕਿ ਸਮਾਨ ਕਿੰਨਾ ਖਤਮ ਹੋ ਗਿਆ, ਉਸ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣੀ, ਕਿਹੜਾ ਸਮਾਨ ਜ਼ਿਆਦਾ ਵਿਕ ਰਿਹਾ ਹੈ, ਕਿਹੜੀ ਚੀਜ਼ ਦੀ ਘੱਟ ਡਿਮਾਂਡ ਹੈ, ਉਹ ਸਾਰੀ ਇਨਫੋਰਮੇਸ਼ਨ ਡੇਟਾਬੇਸ ਇਕੱਠਾ ਕਰਕੇ ਆਪਣੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਾ। ਉੱਚ ਅਧਿਕਾਰੀ, ਉੱਚ ਵਸਤੂ ਪ੍ਰਬੰਧਕ ਜਿਹੜੇ ਕਿ ਬਾਹਰਲੇ ਵਪਾਰੀਆਂ ਨਾਲ ਡੀਲ ਕਰਦੇ ਹਨ ਕਿ ਆਪਣੇ ਸਟੋਰ 'ਤੇ ਸਮਾਨ ਕਿੱਥੋਂ ਲੈ ਕੇ ਆਉਣਾ ਹੈ, ਕਿਹੜੀ ਜਗ੍ਹਾ ਦਾ ਮਿਆਰ ਜ਼ਿਆਦਾ ਵਧੀਆ, ਕਿਹੜਾ ਉਤਪਾਦਕ ਤੁਹਾਨੂੰ ਕਿੱਦਾਂ ਦਾ ਡਿਸਕਾਊਂਟ ਦੇ ਰਿਹਾ ਅਤੇ ਤੁਹਾਡੇ ਪ੍ਰੋਫਿਟ ਮਾਰਜਿਨ ਦੇ ਵਿੱਚ ਕਿ ਤੁਹਾਡੇ ਬਜਟ ਦੇ ਵਿੱਚ ਉਹ ਚੀਜ਼ਾਂ ਆ ਰਹੀਆਂ ਹਨ ਜਾਂ ਨਹੀਂ ਆ ਰਹੀਆਂ ਹਨ। ਵਸਤੂ ਪ੍ਰਬੰਧਕ ਜਾਂ ਜਿਹੜਾ ਸੌਦਾਗਰ ਦੇ ਮੁੱਖ ਕਾਰਜ ਵਸਤੂਆਂ ਨੂੰ ਭਾਲਣਾ, ਚੁਣਨਾ, ਹਾਸਲ ਕਰਨਾ ਅਤੇ ਵਿਕਸਿਤ ਕਰਨਾ ਹੁੰਦਾ ਹੈ। ਜਿਹੜਾ ਵਸਤੂ ਪ੍ਰਬੰਧਕ ਹੁੰਦਾ ਹੈ ਜਾਂ ਜਿਹਨੂੰ ਅਸੀਂ ਸੌਦਾਗਰ ਦਾ ਨਾਮ ਦਿੰਦੇ ਹਾਂ ਕਿ ਜਿਹੜਾ ਟਰੇਡਰ ਹੁੰਦਾ, ਜਿਹੜਾ ਘੁੰਮ ਕੇ ਸਮਾਨ ਇਕੱਠਾ ਕਰਦਾ ਹੈ, ਉਹਦਾ ਕੰਮ ਕੀ ਹੁੰਦਾ ਹੈ? ਮੇਨ ਵਸਤੂਆਂ ਨੂੰ ਭਾਲਣਾ, ਉਹਨਾਂ ਨੂੰ ਚੁਣਨਾ, ਪਹਿਲਾਂ ਫਾਈਂਡ ਕਰਨਾ ਕਿ ਹਾਂ ਮੈਂ ਕਿਹੜੀ ਜਗ੍ਹਾ ਤੋਂ ਸਮਾਨ ਖਰੀਦਾਂ। ਬਹੁਤ ਸਾਰੇ ਮੈਨੂਫੈਕਚਰਰ ਆ, ਬਹੁਤ ਸਾਰੇ ਉਤਪਾਦਕ ਆ, ਉਹਨਾਂ ਤੋਂ ਜਾ ਕੇ ਦੇਖਣਾ, ਸਹੀ ਚੋਣ ਕਰਨੀ, ਉਹਨਾਂ ਨੂੰ ਹਾਸਿਲ ਕਰਨਾ, ਪ੍ਰਾਪਤ ਕਰਨਾ ਅਤੇ ਵਿਕਸਿਤ ਕਰਨਾ, ਅੱਗੇ ਜਾ ਕੇ ਡਿਵੈਲਪ ਕਰਨਾ ਕਿ ਹਾਂ ਉਸ ਵਸਤੂ ਦੀ ਇੱਕ ਮਾਰਕੀਟ ਬਣਾਉਣੀ, ਉਸ ਵਸਤੂ ਦੇ
ਵਿੱਚ ਸਹੀ ਗੁਣ ਦੱਸ ਕੇ ਗਾਹਕ ਨੂੰ ਆਕਰਸ਼ਿਤ ਕਰਨਾ ਅਤੇ ਉਸ ਤੋਂ ਬਾਅਦ ਵੀ ਗਾਹਕ ਨੂੰ ਆਪਣੇ ਨਾਲ ਮੇਨਟੇਨ ਕਰਕੇ ਰੱਖਣਾ। ਇਸ ਤੋਂ ਇਲਾਵਾ ਉਹ ਨਮੂਨੇ ਪ੍ਰਾਪਤ ਕਰਕੇ ਟੈਗ ਲਗਾਉਂਦਾ ਹੈ, ਆਪਣੇ ਪੂਰਕਾਂ ਨਾਲ ਗੱਲਬਾਤ ਕਰਦਾ ਹੈ, ਵਸਤੂਆਂ ਬਾਰੇ ਜਾਣਕਾਰੀ ਨੂੰ ਅੰਤਿਮ ਰੂਪ ਦਿੰਦਾ ਹੈ, ਵਸਤੂ ਦੀ ਪੈਕਿੰਗ ਵਿਕਸਿਤ ਕਰਦਾ ਹੈ, ਉਤਪਾਦਕ ਦੇ ਹਰੇਕ ਪੜਾਅ 'ਤੇ ਨਜ਼ਰ ਰੱਖਦਾ ਹੈ, ਜ਼ਖੀਰੇ ਬਾਰੇ ਪੂਰਵ ਅਨੁਮਾਨ ਲਗਾਉਂਦਾ ਹੈ ਅਤੇ ਹਰੇਕ ਵਸਤੂ ਅਤੇ ਵਰਗ ਦੀ ਕਾਰਜਗੁਜ਼ਾਰੀ ਦਾ ਵਿਸ਼ਲੇਸ਼ਣ ਕਰਦਾ ਹੈ। ਜਿਹੜਾ ਵਸਤੂ ਪ੍ਰਬੰਧਕ ਹੈ ਉਹ ਬਹੁਤ ਸਾਰੇ ਕੰਮ ਕਰਦਾ ਹੈ। ਉਹ ਆਪਣੇ ਵਸਤੂਆਂ 'ਤੇ ਟੈਗ ਵੀ ਲਗਾਉਂਦਾ ਹੈ ਕਿ ਕਿਹੜਾ ਵਸਤੂ, ਉਹਦਾ ਕੀ ਮਿਆਰ ਹੈ, ਕਿੱਦਾਂ ਦੀ ਕੁਆਲਿਟੀ ਹੈ, ਉਹਦਾ ਪ੍ਰਾਈਸ ਰੇਂਜ ਕੀ ਹੋਊਗਾ, ਪ੍ਰਾਈਸ ਟੈਗ ਵੀ ਲਗਾਉਂਦਾ ਹੈ। ਆਪਣੇ ਸਪਲਾਇਰ ਨਾਲ ਵੀ ਗੱਲਬਾਤ ਕਰਦਾ ਹੈ। ਸਪਲਾਇਰ ਮਤਲਬ ਜਿਹਨਾਂ ਨੂੰ ਅਸੀਂ ਪੂਰਕ, ਜਿਹੜੇ ਸਾਡੇ ਸਪਲਾਈ ਕਰਦੇ ਹਨ ਵਸਤੂਆਂ ਬਾਰੇ ਸੰਬੰਧਿਤ ਜਾਣਕਾਰੀ ਨੂੰ ਅੰਤਿਮ ਰੂਪ ਦਿੰਦਾ ਹੈ ਕਿ ਕਿਹੜੀ ਵਸਤੂ ਆ, ਉਹਦੀ ਕੀ ਵਿਸ਼ੇਸ਼ਤਾ ਹੈ, ਆਪਣੇ ਗਾਹਕ ਨੂੰ ਦੱਸਣੀ, ਆਪਣੇ ਨਾਲ ਦੇ ਅਧਿਕਾਰੀਆਂ ਨੂੰ ਸਮਝਾਉਣਾ, ਆਪਣੇ ਹੇਠਾਂ ਵਾਲੀ ਟੀਮ ਨੂੰ ਸਮਝਾਉਣਾ ਤਾਂ ਕਿ ਉਹ ਅੰਤਿਮ ਖਪਤਕਾਰ ਦੇ ਨਾਲ ਉਸ ਬਾਰੇ ਗੱਲ ਕਰ ਸਕਣ। ਵਸਤੂ ਦੀ ਪੈਕੇਜ ਨੂੰ ਵਿਕਸਿਤ ਕਰਨਾ, ਪੈਕਿੰਗ ਨੂੰ ਅਟਰੈਕਟ ਕਰਕੇ ਰੱਖਣਾ। ਜਿੱਦਾਂ ਅੱਜ ਕੱਲ੍ਹ ਡਿਪਾਰਟਮੈਂਟਲ ਸਟੋਰਸ ਆ, ਬਲਕ ਦੇ ਵਿੱਚ ਸਮਾਨ ਖਰੀਦ ਕੇ ਉਹਨੂੰ ਆਪਣੀ ਪੈਕਿੰਗ ਦੇ ਵਿੱਚ ਵੇਚਦੇ ਹਨ ਆਪਣਾ ਟੈਗ ਲਗਾ ਕੇ। ਉਤਪਾਦਕ ਦੇ ਹਰੇਕ ਪੜਾਅ 'ਤੇ ਨਜ਼ਰ ਰੱਖਣਾ ਅਤੇ ਵਰਗ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਨਾ। ਹਰੇਕ ਵਸਤੂ ਅਤੇ ਵਰਗ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ, ਐਨਾਲਿਸਿਸ ਕਰਕੇ ਇਹ ਦੇਖਣਾ ਕਿ ਕੀ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਸਹੀ ਤਰੀਕੇ ਨਾਲ ਹੋ ਰਿਹਾ ਹੈ ਔਰ ਹਰ ਇੱਕ ਉਤਪਾਦਕ ਜਾਂ ਜਿਹੜਾ ਵੀ ਪ੍ਰਚੂਨਕਾਰ ਹੈ ਉਹ ਆਪਣਾ ਕੰਮ ਆਪਣੀ ਦੁਕਾਨ ਨੂੰ ਸਹੀ ਸਥਾਪਿਤ ਕਰਨ ਦੇ ਲਈ, ਗਾਹਕ ਦੀ ਸੰਤੁਸ਼ਟੀ ਅਤੇ ਆਪਣੇ ਪ੍ਰੋਫਿਟ ਨੂੰ ਵਧਾਉਣ ਦੇ ਲਈ ਕਰਦਾ ਹੈ। ਸੋ ਜਿਹੜੀਆਂ ਵੀ ਉਹ ਗਤੀਵਿਧੀਆਂ ਕਰ ਰਿਹਾ ਹੈ ਉਹ ਉਹਨਾਂ ਦਾ ਵਿਸ਼ਲੇਸ਼ਣ ਕਰੇਗਾ ਕਿ ਉਹ ਗਤੀਵਿਧੀਆਂ ਉਸ 'ਤੇ ਜਿਹੜਾ ਉਹਦਾ ਟੀਚਾ ਆ ਉਹਨੂੰ ਪੂਰਾ ਕਰ ਰਹੀਆਂ ਹਨ ਜਾਂ ਨਹੀਂ ਕਰ ਰਹੀਆਂ ਹਨ। ਵਸਤੂ ਪ੍ਰਬੰਧਕਾਰੀ ਦੇ ਮੁੱਖ ਕਾਰਜ ਹੇਠ ਲਿਖੇ ਹਨ। ਪ੍ਰਚੂਨ ਵਸਤੂ ਪ੍ਰਬੰਧਕਾਰੀ ਅਧੀਨ ਉਹ ਕਾਰਵਾਈਆਂ ਆਉਂਦੀਆਂ ਹਨ ਜਿਨ੍ਹਾਂ ਅਧੀਨ ਅੰਤਿਮ ਖਪਤਕਾਰ ਨੂੰ ਉਸ ਦੀ ਵਰਤੋਂ ਲਈ ਵਸਤੂਆਂ ਦੀ ਵਿਕਰੀ ਕੀਤੀ ਜਾਂਦੀ ਹੈ। ਪ੍ਰਚੂਨ ਵਸਤੂ, ਇਸ ਦੇ ਵਿੱਚ ਅਸੀਂ ਅੰਤਿਮ ਖਪਤਕਾਰ ਨੂੰ ਵਸਤੂਆਂ ਵੇਚਦੇ ਹਾਂ। ਪ੍ਰਚੂਨਕਾਰੀ ਦੇ ਵਿੱਚ ਉਹ ਵਿਅਕਤੀ ਵਸਤੂਆਂ ਖਰੀਦਦਾ ਹੈ ਜਿਹੜਾ ਕਿ ਨਿੱਜੀ ਅਤੇ ਗੈਰ ਕਾਰੋਬਾਰੀ ਵਰਤੋਂ ਦੇ ਲਈ ਵਸਤੂਆਂ ਨੂੰ ਖਰੀਦਦਾ ਹੈ। ਇਸ ਰਾਹੀਂ ਵਿਕਰੀਯੋਗ ਵਸਤੂਆਂ ਦੀ ਚੋਣ ਕੀਤੀ ਜਾਂਦੀ ਹੈ। ਜੋ ਵੀ ਵਿਕਰੀਯੋਗ ਵਸਤੂਆਂ ਹੈ ਉਹਨਾਂ ਦੀ ਚੋਣ ਕੀਤੀ ਜਾਂਦੀ ਹੈ। ਹੁਣ ਅਸੀਂ ਇੱਕ ਜਿਹੜਾ ਨਾਰਮਲ ਕਸਟਮਰ ਹੈ ਉਸਨੂੰ ਕੱਚੇ ਮਾਲ ਨਾਲ ਕੋਈ ਮਤਲਬ ਨਹੀਂ ਹੈ, ਉਸਨੂੰ ਮਸ਼ੀਨਾਂ ਨਹੀਂ ਚਾਹੀਦੀਆਂ, ਉਹ ਉਹੀ ਚੀਜ਼ ਖਰੀਦਣ ਜਾਏਗਾ ਜਿਹੜੀ ਉਹਦੇ ਕੰਮ ਦੀ ਹੈ। ਸੋ ਜਿਹੜਾ ਕੱਚਾ ਮਾਲ ਹੈ ਜਾਂ ਮਸ਼ੀਨਾਂ ਨੇ ਉਹ ਤਾਂ ਉਦਯੋਗਿਕ ਜਾਂ ਪ੍ਰੋਡਿਊਸਰ ਖਰੀਦਣਗੇ, ਅਸੀਂ ਉਹ ਚੀਜ਼ ਖਰੀਦਾਂਗੇ ਜਿਹੜੀ ਕਿ ਸਾਨੂੰ ਸਾਡੇ ਘਰ ਦੇ ਵਿੱਚ ਚਾਹੀਦੀ ਹੈ। ਸੋ ਵਿਕਰੀਯੋਗ ਵਸਤੂਆਂ ਦੀ ਚੋਣ ਵਸਤੂ ਪ੍ਰਬੰਧਕ ਕਰਦਾ ਹੈ। ਇਸ ਰਾਹੀਂ ਵਸਤੂਆਂ ਦੀ ਪ੍ਰਭਾਵਸ਼ਾਲੀ ਨੁਮਾਇਸ਼ ਕੀਤੀ ਜਾਂਦੀ ਹੈ ਤਾਂ ਜੋ ਗਾਹਕ ਦੁਕਾਨ ਵਿੱਚ ਖਿੱਚੇ ਆਉਣ ਅਤੇ ਖਰੀਦ ਕਰਨ ਲਈ ਪ੍ਰੇਰਿਤ ਹੋਣ। ਇਸ ਦੇ ਵਿੱਚ ਵਸਤੂਆਂ ਦੀ ਸਹੀ ਤਰੀਕੇ ਦੇ ਨਾਲ ਆਪਾਂ ਨੁਮਾਇਸ਼ ਕਰਦੇ ਹਾਂ, ਗਾਹਕ ਨੂੰ ਇੱਦਾਂ ਆਕਰਸ਼ਿਤ ਕਰਦੇ ਹਾਂ ਤਾਂ ਕਿ ਗਾਹਕ ਸਾਡੀ ਦੁਕਾਨ ਦੇ ਵਿੱਚ ਆ ਕੇ ਖਰੀਦਦਾਰੀ ਕਰ ਸਕੇ। ਇਹ ਵਸਤੂ ਵਿਕਰੀ ਵਧਾਉਣ ਲਈ ਨੀਤੀਆਂ ਤਿਆਰ ਕਰਦਾ ਹੈ। ਅਸੀਂ ਜਿਹੜਾ ਵਸਤੂ ਪ੍ਰਬੰਧਕ ਹੈ ਇੱਦਾਂ ਦੀਆਂ ਪੋਲਿਸੀਜ਼ ਬਣਾਉਂਦਾ ਹੈ ਜਿਹਦੇ ਨਾਲ ਕਿ ਜਿਹੜੀ ਉਹਦੀ ਵਸਤੂਆਂ ਦੀ ਵਿਕਰੀ ਹੈ ਹੋਰ ਵਧੇ। ਆਫਰਸ ਲਗਾਉਣੇ, ਟੈਗਸ ਲਗਾਉਣੇ, ਇੱਦਾਂ ਚੀਜ਼ਾਂ ਨੂੰ ਡਿਸਪਲੇ ਕਰਨਾ ਤਾਂ ਕਿ ਜਿਹੜਾ ਗਾਹਕ ਹੈ ਸਾਡੀ ਦੁਕਾਨ ਵੱਲ ਆਕਰਸ਼ਿਤ ਹੋ ਕੇ ਆ ਸਕੇ। ਇਸ ਅਧੀਨ ਚੰਗੀਆਂ ਅਤੇ ਉੱਤਮ ਦਰਜੇ ਦੀਆਂ ਵਸਤੂਆਂ ਦੇ ਮਾਰਕੇ ਸਥਾਪਿਤ ਕੀਤੇ ਜਾਂਦੇ ਹਨ ਅਤੇ ਗਾਹਕਾਂ ਨੂੰ ਇਹਨਾਂ ਮਾਰਕਿਆਂ ਪ੍ਰਤੀ ਵਫਾਦਾਰ ਰੱਖਣ ਦੇ ਉਪਰਾਲੇ ਕੀਤੇ ਜਾਂਦੇ ਹਨ। ਇੱਕ ਜਿਹੜਾ ਵਸਤੂ ਪ੍ਰਬੰਧਕ ਹੈ ਉਹ ਚੰਗੀਆਂ ਅਤੇ ਉੱਤਮ ਦਰਜੇ ਦੇ ਵਸਤੂਆਂ ਦੇ ਮਾਰਕੇ, ਅਲੱਗ-ਅਲੱਗ ਬ੍ਰਾਂਡ, ਅਲੱਗ-ਅਲੱਗ ਮਾਰਕੇ ਦੀਆਂ ਚੀਜ਼ਾਂ ਲੈ ਕੇ ਆਉਂਦਾ ਹੈ ਅਤੇ ਗਾਹਕ ਨੂੰ ਉਹਨਾਂ ਚੀਜ਼ਾਂ ਦੇ ਵਧੀਆ ਗੁਣ ਦੱਸ ਕੇ ਉਹਨਾਂ ਨੂੰ ਵੇਚਦਾ ਹੈ ਅਤੇ ਇਹ ਵੀ ਯਕੀਨ ਦਿਵਾਉਂਦਾ ਹੈ ਕਿ ਉਹ ਮਤਲਬ ਇਹ ਮਾਰਕੇ ਗਾਹਕ ਦੇ ਪ੍ਰਤੀ ਵਫਾਦਾਰ ਰਹਿਣਗੇ ਕਿ ਜਿਹੜੀ ਵੀ ਬ੍ਰਾਂਡ ਦੀ ਚੀਜ਼, ਜਿਹੜੀ ਵੀ ਕੰਪਨੀ ਦੀ ਚੀਜ਼ ਉਹ ਵਸਤੂ ਪ੍ਰਬੰਧਕ ਵੇਚ ਰਿਹਾ ਹੈ ਉਹ ਗਾਹਕ ਨੂੰ ਖਰਾਬ ਨਾ ਕਰੇ, ਗਾਹਕ ਨੂੰ ਕਦੀ ਵੀ ਇਹ ਨਾ ਫੀਲ ਹੋਵੇ ਕਿ ਉਹਨੇ ਪੈਸਾ ਖਰਚ ਕੇ ਕੋਈ ਵੀ ਗਲਤੀ ਕੀਤੀ ਹੈ। ਹੁਣ ਅਸੀਂ ਗੱਲ ਕਰਾਂਗੇ ਅਧੀਨ ਵਸਤੂ ਪ੍ਰਬੰਧਕ ਦੇ ਮੁੱਖ ਕਾਰਜ। ਜਿਹੜਾ ਅਧੀਨ ਵਸਤੂ ਪ੍ਰਬੰਧਕ ਹੈ ਉਹਦੇ ਕਿਹੜੇ ਕੰਮ ਹੁੰਦੇ ਹਨ? ਸਥਿਤੀ ਅਤੇ ਜਗ੍ਹਾ ਦੀ ਦੇਖ ਰੇਖ ਕਰਨੀ। ਜੋ ਵੀ ਸਥਿਤੀ ਹੈ, ਜੋ ਵੀ ਸਿਚੁਏਸ਼ਨ ਹੈ ਅਤੇ ਜੋ ਵੀ ਜਗ੍ਹਾ ਹੈ ਜਿੱਥੇ ਵੀ ਕੰਮ ਕੀਤਾ ਜਾ ਰਿਹਾ ਹੈ ਉਸ ਦੀ ਦੇਖ ਰੇਖ ਕਰਨੀ। ਦੁਕਾਨ ਵਿੱਚ ਕਾਰਜਕਾਰੀ ਪ੍ਰਕਿਰਿਆਵਾਂ ਦਾ ਪ੍ਰਬੰਧ ਕਰਨਾ। ਦੁਕਾਨ ਦੇ ਵਿੱਚ ਦੇਖਣਾ ਕਿ ਹਰ ਕੰਮ ਟਾਈਮ 'ਤੇ ਹੋ ਰਿਹਾ ਹੈ ਅਤੇ ਹਰ ਇੱਕ ਐਕਟੀਵਿਟੀ ਦਾ ਪ੍ਰਬੰਧ ਕਰਨਾ। ਗਾਹਕ ਸੇਵਾਵਾਂ ਦੀ ਦੇਖ ਰੇਖ ਕਰਨੀ ਕਿ ਗਾਹਕ ਨੂੰ ਅਸੀਂ ਕਿਹੜੀਆਂ ਸਰਵਿਸਿਜ਼ ਦੇਣੀਆਂ ਉਸ ਦੀ ਦੇਖ ਰੇਖ ਕਰਨੀ। ਨਕਦੀ ਅਤੇ ਭੰਡਾਰ ਦਾ ਪ੍ਰਬੰਧ ਕਰਨਾ। ਨਕਦੀ ਜੋ ਵੀ ਸਾਡੇ ਕੋਲ ਕੈਸ਼ ਅਤੇ ਜਿਹੜਾ ਸਾਡਾ ਸਟਾਕ ਹੈ ਉਹਦੀ ਮੈਨੇਜਮੈਂਟ ਕਰਨੀ। ਸਟੋਰ ਦੀਆਂ ਸਹੂਲਤਾਂ ਦਾ ਧਿਆਨ ਰੱਖਣਾ। ਸਟੋਰ ਵਿੱਚ ਜੋ ਵੀ ਅਸੀਂ ਗਾਹਕ ਨੂੰ ਜਾਂ ਆਪਣੇ ਸਟਾਫ ਨੂੰ ਸਹੂਲਤਾਂ ਦੇ ਰਹੇ ਹਨ ਉਹਨਾਂ ਦਾ ਧਿਆਨ ਰੱਖਣਾ। ਸੁਰੱਖਿਆ ਦਾ ਪ੍ਰਬੰਧਨ ਕਰਨਾ ਕਿ ਸਟੋਰ ਦੇ ਵਿੱਚ ਹਰ ਇੱਕ ਚੀਜ਼ ਦੀ ਸੁਰੱਖਿਆ ਹੋਵੇ, ਫਾਇਰ ਦੇ ਅਗੇਂਸਟ ਜਾਂ ਕੋਈ ਵੀ ਹੋਰ ਚੀਜ਼, ਕਿ ਕੋਈ ਇੱਦਾਂ ਦੀ ਪ੍ਰੋਬਲਮ ਨਾ ਹੋਵੇ, ਕੋਈ ਫਰਸ਼ ਤੋਂ ਨਾ ਤਿਲਕ ਜਾਵੇ ਜਾਂ ਕਿਸੇ ਦੇ ਉੱਪਰ ਕੋਈ ਚੀਜ਼ ਨਾ ਗਿਰ ਜਾਵੇ, ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ।
ਕਰਮੀਆਂ ਦੀ ਪ੍ਰਬੰਧ ਅਤੇ ਸੰਚਾਲਨ ਕਰਨਾ, ਜਿਹੜੇ ਵੀ ਕਰਮਚਾਰੀ ਉਸ ਦੇ ਕੋਲ ਕੰਮ ਕਰ ਰਹੇ ਹਨ ਉਹਨਾਂ ਦਾ ਪ੍ਰਬੰਧ ਕਰਨਾ, ਉਹਨਾਂ ਨੂੰ ਮੈਨੇਜ ਕਰਨਾ ਔਰ ਉਹਨਾਂ ਨੂੰ ਇੰਸਟਰਕਸ਼ਨਸ ਦੇਣੀਆਂ ਤਾਂ ਕਿ ਉਹ ਆਪਣੇ ਕੰਮ ਨੂੰ ਟਾਈਮਲੀ ਅਤੇ ਸਹੀ ਤਰੀਕੇ ਨਾਲ ਕਰ ਸਕਣ। ਸੰਕਟ ਦੀ ਸਥਿਤੀ ਨੂੰ ਨਜਿੱਠਣਾ, ਅਗਰ ਕੋਈ ਵੀ ਸੰਕਟ ਦਾ ਸਮੇਂ ਆਉਂਦਾ ਹੈ ਤਾਂ ਉਸ ਨੂੰ ਨਜਿੱਠਣ ਦੀ ਜਿਹੜੀ ਜ਼ਿਆਦਾ ਧਿਆਨ ਉਹਨੂੰ ਅਧੀਨ ਵਸਤੂ ਪ੍ਰਬੰਧਕ ਨੂੰ ਦੇਣਾ ਪੈਂਦਾ ਹੈ ਕਿ ਉਸਨੇ ਹੀ ਉਸ ਟਾਈਮ ਨੂੰ ਨਜਿੱਠਣਾ ਹੁੰਦਾ ਹੈ। ਕੰਪਿਊਟਰ ਅਤੇ ਸੂਚਨਾ ਤਕਨੀਕ ਦਾ ਪ੍ਰਬੰਧ ਕਰਨਾ, ਕੰਪਿਊਟਰ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਦਾ ਪ੍ਰਬੰਧ ਕਰਨਾ, ਕਿਉਂਕਿ ਕੰਪਿਊਟਰ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਤੋਂ ਬਿਨਾਂ ਅਸੀਂ ਆਪਣੇ ਵੱਡੇ ਸਟੋਰ ਨੂੰ ਨਹੀਂ ਚਲਾ ਸਕਦੇ। ਹੁਣ ਅਸੀਂ ਗੱਲ ਕਰਾਂਗੇ ਤੀਸਰੇ ਸੈਸ਼ਨ ਦੀ। ਤੀਸਰੇ ਸੈਸ਼ਨ ਵਿੱਚ ਅਸੀਂ ਪੜ੍ਹਾਂਗੇ ਨੇਤਰੀ ਵਸਤੂ ਪ੍ਰਬੰਧ ਅਤੇ ਪ੍ਰਦਰਸ਼ਨ। ਤੋ ਉਹ ਤੁਸੀਂ ਪਿਕਚਰ ਦੇ ਵਿੱਚ ਦੇਖ ਹੀ ਰਹੇ ਹੋਗੇ ਕਿ ਤੁਹਾਨੂੰ ਸਾਹਮਣੇ ਦਿਖ ਰਿਹਾ ਹੈ ਕਿ ਲੈਫਟ ਸਾਈਡ 'ਤੇ ਵਿਜ਼ੂਅਲ ਮਰਚੈਂਡਾਈਜ਼ਿੰਗ, ਕਿ ਲੈਫਟ ਸਾਈਡ 'ਤੇ ਇੱਕ ਸੀਨ ਕ੍ਰੀਏਟ ਕੀਤਾ ਹੋਇਆ ਜਿਹਦੇ ਵਿੱਚ ਕਿ ਖਿੜਕੀ ਰਾਹੀਂ ਵਿਜ਼ੂਅਲੀ ਦਿਖਾਇਆ ਗਿਆ ਕਿ ਸਾਡੇ ਕੋਲ ਇਹ ਵਾਲੇ ਕੱਪੜੇ ਨੇ ਅਤੇ ਇਹਨਾਂ ਨੂੰ ਤੁਸੀਂ ਡਮੀਜ਼ 'ਤੇ ਪਾ ਕੇ ਦੱਸਿਆ ਕਿ ਤੁਸੀਂ ਇਸ ਤਰੀਕੇ ਨਾਲ ਪਾ ਸਕਦੇ ਹੋ। ਅਤੇ ਦੂਸਰੀ ਸਾਈਡ 'ਤੇ ਰਾਈਟ ਸਾਈਡ 'ਤੇ ਸ਼ੂਜ਼ ਨੂੰ ਡਿਸਪਲੇ ਕੀਤਾ ਹੋਇਆ। ਇਹ ਜਿਹੜੀ ਚੀਜ਼ ਹੈ ਇਹਨੂੰ ਅਸੀਂ ਨੇਤਰੀ ਵਸਤੂ ਪ੍ਰਬੰਧ ਅਤੇ ਵਸਤੂਆਂ ਦਾ ਪ੍ਰਦਰਸ਼ਨ ਕਹਿੰਦੇ ਹਾਂ ਅਤੇ ਅਸੀਂ ਨੈਕਸਟ ਆਪਾਂ ਇਹਦੇ ਵਿੱਚ ਪੜ੍ਹਾਂਗੇ। ਨੇਤਰੀ ਵਸਤੂ ਪ੍ਰਬੰਧ ਉਹ ਕਿਰਿਆ ਅਤੇ ਕਿੱਤਾ ਹੈ ਜਿਸ ਵਿੱਚ ਵਸਤੂ ਵਿਕਰੀ ਵਧਾਉਣ ਹਿੱਤ ਦੁਕਾਨ ਵਿੱਚ ਵਸਤੂਆਂ ਦੀ 2 ਭੁਜੀ ਅਤੇ 3 ਭੁਜੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ। ਨੇਤਰੀ ਵਸਤੂ ਪ੍ਰਬੰਧ ਕਹਿੰਦੇ ਉਹ ਕਿਰਿਆ ਜਾਂ ਕਿੱਤਾ ਹੈ ਜਿਹਦੇ ਵਿੱਚ ਕਿ ਅਸੀਂ ਵਸਤੂਆਂ ਦੀ ਵਿਕਰੀ ਵਧਾਉਣ ਦੇ ਲਈ ਮਤਲਬ 1 ਲੇਅਰ 2 ਲੇਅਰਿੰਗ ਦੇ ਵਿੱਚ ਆਪਾਂ ਅਲੱਗ-ਅਲੱਗ ਖਾਨਿਆਂ ਦੇ ਵਿੱਚ ਵਸਤੂਆਂ ਨੂੰ ਪ੍ਰਦਰਸ਼ਿਤ ਕਰਕੇ ਰੱਖਦੇ ਹਾਂ ਤਾਂ ਕਿ ਸਾਡੀ ਜਿਹੜੀ ਹਰ ਚੀਜ਼ ਆ ਡਿਸਪਲੇ ਹੋਵੇ। ਕਿ ਡਿਸਪਲੇ ਹੋਣ ਦਾ ਮਤਲਬ ਇਹ ਆ ਕਿ ਹਰ ਇੱਕ ਚੀਜ਼ ਗਾਹਕ ਨੂੰ ਦਿਖੇ ਕਿ ਇਸ ਦੁਕਾਨ 'ਤੇ ਇਹ ਵਾਲੀ ਚੀਜ਼ ਹੈ, ਤਾਂ ਹੀ ਉਹ ਸਾਡੀ ਦੁਕਾਨ 'ਤੇ ਆਏਗਾ। ਇਸ ਅਧੀਨ ਦੁਕਾਨ ਦੀ ਜਗ੍ਹਾ ਦਾ ਉੱਤਮ ਸਦਉਪਯੋਗ ਕੀਤਾ ਜਾਂਦਾ ਹੈ ਅਤੇ ਦਿਲ ਖਿੱਚਵੇਂ ਅਕਸ ਅਤੇ ਸਜਾਵਟ ਤਿਆਰ ਕਰਕੇ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ ਤਾਂ ਜੋ ਸੰਭਾਵੀ ਗਾਹਕ ਆਪਣੇ ਆਪ ਦੁਕਾਨ ਵੱਲ ਖਿੱਚੇ ਆਉਣ ਅਤੇ ਖਰੀਦਦਾਰੀ ਕਰਨ। ਇਸ ਵਿੱਚ ਕਹਿੰਦੇ ਕਿ ਦੁਕਾਨ ਦਾ ਹਰ ਇੱਕ ਕੋਨੇ ਉਹਦਾ ਸਦਉਪਯੋਗ ਕੀਤਾ ਜਾਂਦਾ ਹੈ, ਉੱਤਮ ਤਰੀਕੇ ਨਾਲ ਉਹਦੀ ਵਰਤੋਂ ਕਰਕੇ ਦਿਲ ਖਿੱਚਵੇਂ ਅਕਸ ਅਤੇ ਸਜਾਵਟ ਨਾਲ ਵਸਤੂਆਂ ਨੂੰ ਇੱਦਾਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਕਿ ਜਿਹੜਾ ਗਾਹਕ ਆ ਆਪਣੇ ਆਪ ਹੀ ਸਾਡੀ ਦੁਕਾਨ ਵੱਲ ਖਿੱਚਿਆ ਆਵੇ ਅਤੇ ਖਰੀਦਦਾਰੀ ਕਰੇ। ਇਸ ਨੂੰ ਕੇਵਲ ਖਿੜਕੀ ਵਿੱਚ ਵਸਤੂਆਂ ਰੱਖਣਾ ਨਾ ਸਮਝ ਲੈਣਾ, ਬਲਕਿ ਇਸ ਵਿੱਚ ਦੁਕਾਨ ਦਾ ਕੁੱਲ ਅਕਸ ਹੀ ਸਵਾਰਿਆ ਅਤੇ ਸਜਾਇਆ ਜਾਂਦਾ ਹੈ। ਖਿੜਕੀ ਪ੍ਰਦਰਸ਼ਨੀ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਿਰਫ ਖਿੜਕੀ ਦੇ ਵਿੱਚ ਵਸਤੂਆਂ ਸਜਾ ਦਿੱਤੀਆਂ। ਖਿੜਕੀ ਪ੍ਰਦਰਸ਼ਨੀ ਦਾ ਮਤਲਬ ਇਹ ਹੈ ਕਿ ਦੁਕਾਨ ਦਾ ਪੂਰਾ ਹੀ ਅਕਸ ਬਦਲ ਦੇਣਾ ਜਿਹਦੇ ਵਿੱਚ ਕਿ ਗਾਹਕ ਜਿੱਧਰ ਨਿਗਾਹ ਘੁਮਾਵੇ ਉਹਨੂੰ ਕੋਈ ਨਾ ਕੋਈ ਚੀਜ਼ ਦਿਖੇ। ਜਿੱਦਾਂ ਅਗਰ ਅਸੀਂ ਕਿਸੇ ਮਨਿਆਰੀ ਸ਼ੌਪ 'ਤੇ ਜਾਂਦੇ ਹਾਂ ਤਾਂ ਉਹਨਾਂ ਨੇ ਆਪਣੇ ਕਾਊਂਟਰ ਦੇ ਪਿੱਛੇ ਵੀ ਰੈਕ ਬਣਾਏ ਹੁੰਦੇ ਜਿੱਥੇ ਕਿ ਚੀਜ਼ਾਂ ਨੂੰ ਡਿਸਪਲੇ ਕੀਤਾ ਹੁੰਦਾ ਹੈ। ਅੱਗੇ ਜਾਂਦੇ ਸੱਜੇ ਖੱਬੇ ਦਾਏਂ ਬਾਏਂ ਹਰ ਥਾਂ 'ਤੇ ਉਹਨਾਂ ਨੂੰ ਚੀਜ਼ਾਂ ਦਿਖਦੀਆਂ ਇੱਕ ਗਾਹਕ ਨੂੰ। ਸੋ ਜਿਹੜਾ ਗਾਹਕ ਆ ਜਾਂਦਾ ਚੀਜ਼ਾਂ ਨੂੰ ਖਰੀਦਦਾ ਰਹਿੰਦਾ, ਅਟਰੈਕਟ ਹੁੰਦਾ ਰਹਿੰਦਾ ਔਰ ਜਿੰਨੀਆਂ ਚੀਜ਼ਾਂ ਡਿਸਪਲੇ ਹੋਊਗੀਆਂ ਉਹਦੇ ਤੋਂ ਗਾਹਕ ਨੂੰ ਪਤਾ ਚੱਲੇਗਾ ਕਿ ਉਹਦੀ ਲੋੜ ਦੀ ਚੀਜ਼ ਮੇਰੇ ਕੋਲ ਆਹ ਚੀਜ਼ ਨਹੀਂ ਹੈ, ਚਲੋ ਮੈਂ ਰੱਖ ਲੈਣਾ, ਇਸ ਚੀਜ਼ ਦੀ ਲੋੜ ਮੈਨੂੰ ਇਨ ਫਿਊਚਰ ਪੈ ਸਕਦੀ ਹੈ, ਮੈਂ ਇਹਨੂੰ ਰੱਖ ਲੈਣਾ। ਸੋ ਇਹਦੇ ਨਾਲ ਕੀ ਹੈ ਕਿ ਪ੍ਰਦਰਸ਼ਨੀ ਦੇ ਨਾਲ ਜਿਹੜਾ ਸਾਡਾ ਗਾਹਕ ਹੈ ਆਕਰਸ਼ਿਤ ਹੋ ਕੇ ਆਏਗਾ ਅਤੇ ਜ਼ਿਆਦਾ ਤੋਂ ਜ਼ਿਆਦਾ ਖਰੀਦਦਾਰੀ ਕਰੇਗਾ। ਇਸ ਵਿੱਚ ਹੇਠਲੇ ਪੱਖ ਸ਼ਾਮਿਲ ਹੁੰਦੇ ਹਨ। ਦੁਕਾਨ ਵਿੱਚ ਫਰਸ਼ਾਂ ਅਤੇ ਰੌਸ਼ਨੀ ਦੀ ਵਰਤੋਂ। ਦੁਕਾਨ ਦੇ ਵਿੱਚ ਅਸੀਂ ਫਰਸ਼ ਨੂੰ ਔਰ ਜੋ ਵੀ ਰੌਸ਼ਨੀ ਹੈ ਉਹਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਦੇ ਹਨ। ਦੁਕਾਨ ਵਿੱਚ ਰੰਗਾਂ ਦੀ ਵਰਤੋਂ ਅਤੇ ਤਾਲਮੇਲ, ਜਿਹੜਾ ਦੁਕਾਨ ਦੇ ਵਿੱਚ ਅਸੀਂ ਰੰਗ ਵਗੈਰਾ ਕਰਵਾਉਂਦੇ ਹਨ ਉਹਨਾਂ ਦਾ ਤਾਲਮੇਲ ਵੀ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਦੁਕਾਨ ਕਰਮੀਆਂ ਦਾ ਇਕਸਾਰ ਪਹਿਰਾਵਾ। ਜਿਹੜੇ ਵੱਡੇ ਸ਼ੋਰੂਮਸ ਹੁੰਦੇ ਨੇ ਉਹਨਾਂ ਨੇ ਇੱਕ ਡਰੈਸ ਰੱਖੀ ਹੁੰਦੀ ਹੈ, ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਗਾਹਕ ਨੂੰ ਈਜ਼ੀਲੀ ਪਛਾਣ ਹੋ ਜਾਂਦੀ ਹੈ ਕਿ ਇਹ ਇਸ ਦੁਕਾਨ ਦਾ ਕਰਮਚਾਰੀ ਹੈ ਅਤੇ ਮੈਂ ਇਸ ਤੋਂ ਕੋਈ ਵੀ ਅਸਿਸਟੈਂਸ ਜਾਂ ਹੈਲਪ ਲੈ ਸਕਦਾ ਹੈ। ਸੋ ਇੱਕ ਤਰ੍ਹਾਂ ਦਾ ਜਿਹੜਾ ਪਹਿਰਾਵਾ ਆ ਉਹ ਵੀ ਗਾਹਕ ਨੂੰ ਬਹੁਤ ਅਟਰੈਕਟ ਕਰਦਾ, ਉਹਨੂੰ ਲੱਗਦਾ ਕਿ ਇਹ ਬੜੇ ਪ੍ਰੋਫੈਸ਼ਨਲ ਨੇ, ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰ ਰਹੇ ਨੇ, ਡਰੈਸ ਕੋਡ ਹੈ ਇਹਨਾਂ ਦਾ। ਕਰਮੀਆਂ ਦਾ ਗਾਹਕ ਨਾਲ ਚੰਗਾ ਵਿਹਾਰ। ਇਸ ਦੇ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਹੈ ਪਰਚੂਨਕਾਰੀ ਦੇ ਵਿੱਚ ਸਾਡਾ ਆਪਣੇ ਗਾਹਕ ਦੇ ਨਾਲ ਚੰਗਾ ਵਿਵਹਾਰ ਕਰਨਾ। ਜਦੋਂ ਅਸੀਂ ਆਪਣੇ ਗਾਹਕ ਦੇ ਨਾਲ ਚੰਗਾ ਵਿਵਹਾਰ ਕਰਕੇ ਉਸ ਨੂੰ ਆਦਰ ਸਨਮਾਨ ਦੇ ਨਾਲ ਆਪਣੀ ਦੁਕਾਨ ਦੇ ਵਿੱਚ ਉਸ ਗਾਹਕ ਦਾ ਸਵਾਗਤ ਕਰਦੇ ਹਾਂ, ਉਸ ਦੇ ਨਾਲ ਕੀ ਹੁੰਦਾ ਹੈ ਜਿਹੜਾ ਗਾਹਕ ਹੈ ਸਾਡੇ ਵੱਲ ਹੋਰ ਜ਼ਿਆਦਾ ਆਕਰਸ਼ਿਤ ਹੁੰਦਾ ਹੈ ਔਰ ਸਾਡੇ ਨਾਲ ਨੇੜਤਾ ਮਹਿਸੂਸ ਕਰਦਾ ਹੈ। ਅਜਮਾਇਸ਼ ਕੱਪੜੇ ਦੀ ਰੂਪਰੇਖਾ। ਜਿਹੜਾ ਟਰਾਈ ਰੂਮ ਆ ਉਸ ਦੀ ਰੂਪਰੇਖਾ ਵੀ ਬਿਲਕੁਲ ਸਹੀ ਹੋਣੀ ਚਾਹੀਦੀ ਕਿ ਗਾਹਕ ਉੱਥੇ ਜਾ ਕੇ ਕੰਫਰਟੇਬਲੀ ਆਪਣੇ ਕੱਪੜੇ ਚੇਂਜ ਕਰ ਸਕੇ। ਉੱਥੇ ਮਿਰਰਸ ਪ੍ਰੋਪਰ ਲੱਗੇ ਹੋਣੇ ਚਾਹੀਦੇ, ਉਹਨੂੰ ਪਤਾ ਲੱਗਣਾ ਚਾਹੀਦਾ ਕਿ ਅਗਰ ਉਹ ਕੋਈ ਚੀਜ਼ ਟਰਾਈ ਕਰ ਰਿਹਾ ਤਾਂ ਉਹਦੇ 'ਤੇ ਕਿੱਦਾਂ ਦੀ ਲੱਗ ਰਹੀ ਹੈ। ਨੇਤਰੀ ਵਸਤੂ ਪ੍ਰਬੰਧਕ ਦੇ ਕਾਰਜ। ਇੱਕ ਨੇਤਰੀ ਵਸਤੂ ਪ੍ਰਬੰਧਕ ਸਟੋਰ ਦੀਆਂ ਖਿੜਕੀਆਂ, ਝਰੋਖਿਆਂ ਅਤੇ ਸ਼ੀਸ਼ਿਆਂ ਅੰਦਰ ਸਮਾਨ ਨੂੰ ਸਜਾ ਕੇ ਰੱਖਦਾ ਹੈ। ਇਸ ਵਿੱਚ ਬੁੱਤਾਂ ਆਦਿ ਦੀ ਵਰਤੋਂ ਕਰਕੇ ਮੌਸਮ ਦੇ ਅਨੁਕੂਲ ਕਥਾ ਪ੍ਰਸੰਗ ਰਚਿਆ ਜਾਂਦਾ ਹੈ ਅਤੇ ਕੋਈ ਕਿੱਸਾ ਕਹਾਣੀ ਪੇਸ਼ ਕੀਤੀ ਜਾਂਦੀ ਹੈ। ਜਿਹੜਾ ਇੱਕ ਨੇਤਰੀ ਵਸਤੂ ਪ੍ਰਬੰਧਕ ਆਪਣੀਆਂ ਖਿੜਕੀਆਂ, ਝਰੋਖਿਆਂ ਅਤੇ ਸ਼ੀਸ਼ਿਆਂ ਦੇ ਅੰਦਰ ਸਮਾਨ ਨੂੰ ਸਜਾ ਕੇ ਇਸ ਤਰ੍ਹਾਂ ਰੱਖਦਾ ਕਿ ਉਹਦੇ ਵਿੱਚ ਕੁਝ ਵੀ ਸੀਨ ਕ੍ਰੀਏਟ ਕਰ ਦਿੰਦਾ, ਜਿੱਦਾਂ ਕਿ ਮੌਸਮ ਚੇਂਜ ਹੋਇਆ ਅਤੇ ਪਿੱਛੇ ਵਾਲਪੇਪਰ ਦੇ ਵਿੱਚ ਸਨੋਫਾਲ ਵਾਲਾ ਸੀਨ ਲਗਾ ਕੇ ਅਤੇ
ਜਿਹੜੀਆਂ ਡਮੀਜ਼ ਨੇ ਉਹਨਾਂ ਦੇ ਉੱਪਰ ਕੈਪਸ ਪਾ ਦਿੱਤੀਆਂ, ਮਫਲਰ ਪਾ ਦਿੱਤੇ, ਕੋਟਸ ਪਹਿਨਾ ਦਿੱਤੇ, ਅਤੇ ਫਿਰ ਲੋਕੀ ਦੇਖ ਕੇ ਆਕਰਸ਼ਿਤ ਹੁੰਦੇ ਆ ਕਿ ਹਾਂ ਵਿੰਟਰਸ ਦੇ ਵਿੱਚ ਮੈਨੂੰ ਇਸ ਕੋਟ ਦੀ ਜ਼ਰੂਰਤ ਪਏਗੀ, ਮੈਨੂੰ ਕੈਪ ਦੀ ਲੋੜ ਪਏਗੀ। ਸੋ ਉਸ ਅਕੋਰਡਿੰਗ ਉਹ ਬਾਹਰੋਂ ਹੀ ਦੁਕਾਨ ਦਾ ਆਕਰਸ਼ਿਤ ਰੂਪ ਦੇਖ ਕੇ ਦੁਕਾਨ ਦੇ ਅੰਦਰ ਐਂਟਰ ਹੋ ਜਾਂਦੇ ਹਨ। ਉਹ ਬਾਹਰੋਂ ਦਿਖਣ ਵਾਲੀਆਂ ਖਿੜਕੀਆਂ ਵਿੱਚ ਸਮਾਨ ਇਸ ਤਰ੍ਹਾਂ ਸਜਾਉਂਦਾ ਹੈ ਤਾਂ ਜੋ ਗਾਹਕ ਦੀ ਮਾਰਕੇ ਪ੍ਰਤੀ ਖਿੱਚ ਬਣੇ ਅਤੇ ਅੰਦਰ ਦਾਖਲ ਹੋਣ ਦੀ ਪ੍ਰਵਿਰਤੀ ਵਧੇ, ਕਿ ਜਿਹੜਾ ਗਾਹਕ ਹੈ ਉਹ ਬਾਹਰੋਂ ਹੀ ਦੇਖ ਲਵੇ ਕਿ ਉਹਨਾਂ ਨੇ ਵਿੰਡੋਜ਼ ਸ਼ੀਸ਼ੇ ਇਸ ਲਈ ਲਗਾਏ ਜਾਂਦੇ ਆ ਸ਼ਟਰਸ ਤੋਂ ਨੀਚੇ, ਤਾਂ ਕਿ ਸ਼ਟਰ ਦਾ ਉੱਪਰ ਚੱਕ ਹੋ ਜਾਂਦਾ, ਜਿਹੜੇ ਸ਼ੀਸ਼ੇ ਆ ਸ਼ੀਸ਼ਿਆਂ ਦੇ ਰਾਹੀਂ ਪ੍ਰੋਪਰ ਡਿਸਪਲੇ ਹੋ ਜਾਂਦਾ। ਉਹਨਾਂ ਨੇ ਸ਼ੀਸ਼ਿਆਂ ਦੇ ਉੱਪਰ ਈਵਨ ਸ਼ੂਜ਼ ਵੀ ਟੰਗੇ ਹੁੰਦੇ ਆ, ਬੈਗਸ ਵੀ ਟੰਗੇ ਹੁੰਦੇ ਆ, ਕੱਪੜਿਆਂ ਨੂੰ ਵੀ ਡਿਸਪਲੇ ਕੀਤਾ ਹੁੰਦਾ ਹੈਂਗਰਸ 'ਤੇ ਪਾ ਕੇ। ਉਸ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਗਾਹਕ ਹੈ ਬਾਹਰੋਂ ਹੀ ਆਕਰਸ਼ਿਤ ਹੋ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਕਿ ਆਹ ਚੀਜ਼ ਇੱਥੇ ਹੈਗੀ ਹੈ, ਅਤੇ ਉਹ ਦੁਕਾਨ ਦੇ ਵਿੱਚ ਖਰੀਦਣ ਦੀ ਪ੍ਰਵਿਰਤੀ ਦੇ ਨਾਲ ਹੀ ਦੁਕਾਨ ਦੇ ਅੰਦਰ ਐਂਟਰ ਹੁੰਦਾ ਹੈ ਅਤੇ ਖੁਸ਼ ਹੋ ਕੇ ਉੱਥੋਂ ਖਰੀਦਦਾਰੀ ਕਰਕੇ ਜਾਂਦਾ ਹੈ। ਉਹ ਆਪਣੇ ਅਧੀਨ ਕਰਮੀਆਂ ਨੂੰ ਸਮਾਨ ਸਜਾ ਕੇ ਰੱਖਣ ਦੀ ਸਿਖਲਾਈ ਦੇਣ ਵਿੱਚ ਕਾਫੀ ਸਮਾਂ ਲਗਾਉਂਦਾ ਹੈ। ਜਿਹੜਾ ਨੇਤਰੀ ਵਸਤੂ ਪ੍ਰਬੰਧਕ ਹੈ ਉਹ ਜਿਹੜੇ ਆਪਣੇ ਅਧੀਨ ਕਰਮਚਾਰੀ ਉਸ ਦੀ ਟੀਮ ਦੇ ਵਿੱਚ ਉਹਦੇ ਅੰਡਰ ਜਿਹੜੇ ਕੰਮ ਕਰ ਰਹੇ ਲੋਕੀ ਆ ਉਹਨਾਂ ਨੂੰ ਕੰਮ ਦੀ ਸਿਖਲਾਈ ਦੇਣ ਦੇ ਵਿੱਚ ਵੀ ਕਾਫੀ ਸਮਾਂ ਲਗਾਉਂਦਾ ਹੈ ਤਾਂ ਜੋ ਉਹ ਪੂਰੇ ਐਕਸਪਰਟ ਹੋ ਜਾਣ, ਔਰ ਜਿਹੜਾ ਗਾਹਕ ਹੈ ਗਾਹਕ ਨੂੰ ਆਉਂਦੇ ਉਹ ਹਰ ਚੀਜ਼ ਬਾਰੇ ਪ੍ਰੋਪਰ ਜਾਣਕਾਰੀ ਦੇ ਸਕਣ ਔਰ ਵਿਕਰੀ ਦੇ ਵਿੱਚ ਵਾਧਾ ਕਰਵਾ ਸਕਣ। ਉਹ ਸਹਿਕਰਮੀਆਂ ਨੂੰ ਨਿਰਦੇਸ਼ ਪੁਸਤਿਕਾ ਦੇ ਅਨੁਸਾਰ ਚੱਲਣ ਦੀ ਸਿਖਲਾਈ ਵੀ ਦਿੰਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਕਿਹੜੇ ਸਮਾਨ ਨੂੰ ਕਿੱਥੇ ਰੱਖਣਾ ਹੈ। ਜਿਹੜਾ ਨੇਤਰੀ ਵਸਤੂ ਪ੍ਰਬੰਧਕ ਹੁੰਦਾ ਹੈ ਉਸਨੇ ਇੱਕ ਇੰਸਟਰਕਸ਼ਨਸ ਮੈਨੂਅਲ ਬਣਾਇਆ ਹੁੰਦਾ ਹੈ ਜਿਹਦੇ ਅਕੋਰਡਿੰਗ ਹੀ ਉਹ ਆਪਣੇ ਕਰਮਚਾਰੀਆਂ ਨੂੰ ਕੰਮ ਕਰਨ ਦੀਆਂ ਇੰਸਟਰਕਸ਼ਨਸ ਦਿੰਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਕਿਹੜੇ ਸਮਾਨ ਨੂੰ ਕਿੱਥੇ ਰੱਖਣਾ ਹੈ ਤਾਂ ਕਿ ਜਿਹੜਾ ਗਾਹਕ ਹੈ ਉਹਨੂੰ ਈਜ਼ੀਲੀ ਅਪਰੋਚੇਬਲ ਹੋਵੇ ਔਰ ਗਾਹਕ ਉਸਨੂੰ ਟਰਾਈ ਵੀ ਕਰ ਸਕੇ। ਉਹ ਦੁਕਾਨ ਦੀ ਅੰਦਰੂਨੀ ਰੰਗਨਾਤਮਕ ਵਿਉਂਤ ਬਣਾਉਂਦਾ ਹੈ। ਜਿਹੜਾ ਅਧੀਨ ਵਸਤੂ ਪ੍ਰਬੰਧਕ ਹੁੰਦਾ ਹੈ ਉਹ ਦੁਕਾਨ ਦੇ ਅੰਦਰ ਜੋ ਵੀ ਦੁਕਾਨ ਦੇ ਵਿੱਚ ਰੰਗ ਪੇਸ਼ ਕਰਨੇ ਹਨ, ਕਿੱਦਾਂ ਦਾ ਸੀਨ ਕ੍ਰੀਏਟ ਕਰਨਾ ਹੈ, ਉਸ ਦੀ ਵਿਉਂਤ ਵੀ ਉਹੀ ਬਣਾਉਂਦਾ ਹੈ। ਉਹ ਘੱਟ ਵਿਕਣ ਵਾਲੀਆਂ ਵਸਤੂਆਂ ਵੱਲ ਵੀ ਧਿਆਨ ਦਿੰਦਾ ਹੈ ਅਤੇ ਰੌਸ਼ਨੀ ਅਤੇ ਪ੍ਰਦਰਸ਼ਨੀ ਰਾਹੀਂ ਕੋਸ਼ਿਸ਼ ਕਰਦਾ ਹੈ ਕਿ ਅਜਿਹੀਆਂ ਵਸਤੂਆਂ ਗਾਹਕ ਦੇ ਧਿਆਨ ਵਿੱਚ ਆਉਣ। ਕੁਝ ਵਸਤੂਆਂ ਦੁਕਾਨ ਦੇ ਵਿੱਚ ਇੱਦਾਂ ਦੀਆਂ ਹੁੰਦੀਆਂ ਨੇ ਕਿ ਜਿਹੜੀਆਂ ਕਿ ਘੱਟ ਵਿਕਦੀਆਂ ਹਨ, ਪਰ ਜਿਹੜਾ ਨੇਤਰੀ ਵਸਤੂ ਪ੍ਰਬੰਧਕ ਹੈ ਉਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਦਾ ਕਿ ਜਿਹੜੀਆਂ ਚੀਜ਼ਾਂ ਘੱਟ ਵਿਕ ਰਹੀਆਂ ਹਨ ਉਹਨਾਂ ਵੱਲ ਗਾਹਕ ਦਾ ਧਿਆਨ ਕਿਵੇਂ ਆਕਰਸ਼ਿਤ ਕੀਤਾ ਜਾਵੇ ਤਾਂ ਕਿ ਜਿਹੜਾ ਗਾਹਕ ਹੈ ਉਹਨਾਂ ਚੀਜ਼ਾਂ ਵੱਲ ਵੀ ਧਿਆਨ ਦੇ ਸਕੇ। ਨੇਤਰੀ ਵਸਤੂ ਪ੍ਰਬੰਧਕਾਰੀ ਦੇ ਲਈ ਕੁਝ ਨਿਯਮ ਵੀ ਹਨ। ਉਹ ਨਿਯਮ ਕਿਹੜੇ ਹਨ? ਗਾਹਕ ਲਈ ਲੋੜੀਂਦੇ ਵਰਗ ਅਤੇ ਵਸਤੂ ਨੂੰ ਲੱਭਣਾ ਸੁਖਾਲਾ ਕਰੋ। ਅਗਰ ਗਾਹਕ ਨੇ ਕੋਈ ਵੀ ਚੀਜ਼ ਕਿਸੇ ਵੀ ਵਰਗ ਦੀ ਲੈਣੀ ਹੈ ਤਾਂ ਉਹਨੂੰ ਉਸ ਚੀਜ਼ ਨੂੰ ਲੱਭਣਾ ਸੌਖਾ ਕਰੋ ਕਿ ਅਗਰ ਕੋਈ ਚੀਜ਼ ਡਿਸਪਲੇ ਕੀਤੀ ਹੈ ਤਾਂ ਨਾਲ ਦੇ ਕਾਊਂਟਰਸ 'ਤੇ ਉਹਦੇ ਨਾਲ ਦਾ ਸਮਾਨ ਹੋਰ ਵੀ ਪਿਆ ਹੋਵੇ। ਗਾਹਕ ਲਈ ਸਵੈ ਚੋਣ ਕਰਨੀ ਸੌਖੀ ਕਰੋ। ਜਿਹੜਾ ਗਾਹਕ ਹੈ ਉਹ ਸਵੈ ਚੋਣ ਕਰਨੀ ਬਹੁਤ ਪਸੰਦ ਕਰਦਾ ਹੈ ਕਿ ਉਹ ਚਾਹੁੰਦਾ ਕਿ ਮੇਰੇ ਸਾਹਮਣੇ ਚੀਜ਼ ਡਿਸਪਲੇ ਹੋਈ ਹੋਵੇ, ਉਹ ਸਾਹਮਣੇ ਡਿਸਪਲੇ ਹੋਈ ਚੀਜ਼ ਨੂੰ ਚੁੱਕ ਕੇ ਦੇਖੇ, ਉਹਦਾ ਪ੍ਰਾਈਸ ਦੇਖੇ, ਅਗਰ ਉਹਦੇ ਬਜਟ 'ਚ ਆਉਂਦਾ ਹੈ ਤਾਂ ਫਿਰ ਉਹਨੂੰ ਈਜ਼ੀ ਲੱਗਦਾ ਹੈ ਕਿ ਹਾਂ ਮੈਂ ਇਸ ਚੀਜ਼ ਨੂੰ ਟਰਾਈ ਕਰ ਸਕਦਾ ਹਾਂ। ਸੋ ਉਹਦੇ ਲਈ ਸਵੈ ਚੋਣ ਕਰਨੀ ਸੌਖੀ ਕਰੋ। ਚੰਗੀਆਂ ਵਸਤੂਆਂ ਨੂੰ ਸਭ ਤੋਂ ਉੱਤਮ ਜਗ੍ਹਾ 'ਤੇ ਰੱਖੋ ਅਤੇ ਗਾਹਕ ਨੂੰ ਇਹਨਾਂ ਦੇ ਗੁਣ ਦੱਸ ਕੇ ਖਰੀਦਣ ਲਈ ਸਲਾਹ ਦਿਓ। ਜਿਹੜੀਆਂ ਚੰਗੀਆਂ ਵਸਤੂਆਂ ਹਨ ਉਹਨਾਂ ਨੂੰ ਸਭ ਤੋਂ ਮੋਹਰੇ ਆਕਰਸ਼ਿਤ ਉੱਤਮ ਜਗ੍ਹਾ 'ਤੇ ਰੱਖ ਕੇ ਗਾਹਕ ਨੂੰ ਉਹਨਾਂ ਦੇ ਗੁਣ ਦੱਸੋ ਅਤੇ ਉਹਨਾਂ ਨੂੰ ਖਰੀਦਣ ਦੇ ਲਈ ਸਲਾਹ ਦਿਓ ਔਰ ਉਹਨਾਂ ਨੂੰ ਤਾਂ ਕਿ ਉਹ ਉਤਸ਼ਾਹਿਤ ਹੋ ਕੇ ਉਸ ਚੀਜ਼ ਨੂੰ ਖਰੀਦ ਸਕੇ। ਗਾਹਕਾਂ ਨੂੰ ਵਸਤੂਆਂ ਬਾਰੇ ਸਿਰਜਣਾਤਮਕ ਅਤੇ ਸਕਾਰਾਤਮਕ ਗਿਆਨ ਦਿਓ। ਗਾਹਕ ਨੂੰ ਅਸੀਂ ਜੋ ਵੀ ਵਸਤੂਆਂ ਸਾਡੇ ਕੋਲ ਹਨ ਅਸੀਂ ਵੇਚ ਰਹੇ ਹਨ ਉਹਦੀਆਂ ਸਿਰਜਣਾਤਮਕ ਕਿ ਕਿਹੜੇ ਤਰੀਕੇ ਨਾਲ ਉਹ ਯੂਜ਼ ਕੀਤਾ ਜਾ ਸਕਦਾ ਹੈ। ਅਗਰ ਤੁਸੀਂ ਕੱਪੜੇ ਦੀ ਸ਼ੌਪ 'ਤੇ ਹੋ ਤਾਂ ਤੁਸੀਂ ਉਹਨਾਂ ਨੂੰ ਵਧੀਆ ਕੰਬੀਨੇਸ਼ਨਸ ਬਣਾ ਕੇ ਦੱਸ ਸਕਦੇ ਹੋ। ਠੀਕ ਹੈ, ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਇੱਕ ਚੀਜ਼ ਨੂੰ ਅਸੀਂ 2 ਤਰੀਕੇ ਨਾਲ ਵੀ ਪਹਿਨ ਸਕਦੇ ਹਾਂ। ਸੋ ਉਹਨਾਂ ਦੇ ਸਕਾਰਾਤਮਕ ਅਤੇ ਸਿਰਜਣਾਤਮਕ ਗਿਆਨ ਦਿਓ ਤਾਂ ਕਿ ਗਾਹਕ ਦਾ ਇੰਟਰਸਟ ਹੋਰ ਜ਼ਿਆਦਾ ਵਧੇ। ਗਾਹਕ ਲਈ ਸਟੋਰ ਵਿੱਚ ਚੱਲਣਾ ਅਤੇ ਭਾਲਣਾ ਸੌਖਾ ਰੱਖੋ। ਜੋ ਵੀ ਤੁਸੀਂ ਆਪਣੀ ਦੁਕਾਨ ਦੀ ਰੂਪ ਰੇਖਾ ਬਣਾ ਰਹੇ ਆ ਅਤੇ ਸਮਾਨ ਨੂੰ ਕਿਵੇਂ ਸੈੱਟ ਕਰ ਰਹੇ ਹੋ ਉਹ ਇੱਦਾਂ ਰੱਖੋ ਕਿ ਦੁਕਾਨ ਦੇ ਵਿੱਚ ਗਾਹਕ ਨੂੰ ਚੱਲਣਾ ਫਿਰਨਾ ਸੌਖਾ ਹੋਵੇ, ਕਿ ਕੋਈ ਚੀਜ਼ ਉਹਦੇ ਵਿੱਚ ਵੱਜ ਕੇ ਗਿਰੇ ਨਾ ਅਤੇ ਦੁਕਾਨ ਦੇ ਵਿੱਚ ਗਾਹਕ ਨੂੰ ਕਿਸੇ ਵੀ ਤਰ੍ਹਾਂ ਦੀ ਐਂਬੈਰਸਮੈਂਟ ਦਾ ਸਾਹਮਣਾ ਨਾ ਕਰਨਾ ਪਵੇ। ਅਣਮੰਗੀਆਂ ਵਸਤੂਆਂ ਦੀ ਵਿਕਰੀ ਵਧਾਉਣ ਦੇ ਉਪਰਾਲੇ ਕਰੋ। ਜਿਹੜੀਆਂ ਵਸਤੂਆਂ ਘੱਟ ਵਿਕਦੀਆਂ ਹਨ, ਜਿਹਦੇ ਬਾਰੇ ਅਸੀਂ ਪਹਿਲਾਂ ਵੀ ਪੜ੍ਹਿਆ ਸੀ ਕਿ ਕੁਝ ਇੱਦਾਂ ਦੀਆਂ ਵਸਤੂਆਂ ਕਿ ਜਿਨ੍ਹਾਂ ਦੀ ਮੰਗ ਘੱਟ ਹੁੰਦੀ ਹੈ ਪਰ ਉਹਨਾਂ ਨੂੰ ਵੀ ਵੇਚਣ ਦੇ ਉਪਰਾਲੇ ਵਧਾਓ ਤਾਂ ਕਿ ਜਿਹੜਾ ਗਾਹਕ ਅਗਰ ਇੱਕ ਚੀਜ਼ ਖਰੀਦਣ ਆ ਰਿਹਾ ਤਾਂ ਦੂਸਰੀ ਚੀਜ਼ ਵੱਲ ਵੀ ਧਿਆਨ ਦੇ ਕੇ ਉਹਨੂੰ ਵੀ ਖਰੀਦ ਕਰੇ। ਨੇਤਰੀ ਵਸਤੂ ਪ੍ਰਬੰਧ ਦੀਆਂ ਕਿਸਮਾਂ, ਇਹ 2 ਕਿਸਮਾਂ ਦਾ ਹੁੰਦਾ ਹੈ, ਖਿੜਕੀ ਪ੍ਰਦਰਸ਼ਨੀ ਅਤੇ ਭੋਜਨ ਪ੍ਰਦਰਸ਼ਨੀ। ਖਿੜਕੀਆਂ ਵਿੱਚ ਵਸਤੂਆਂ ਦੀ ਨੁਮਾਇਸ਼ ਕਰਕੇ ਉਹਨਾਂ ਦੀ ਸੁੰਦਰਤਾ, ਰਿਵਾਜ਼, ਰੰਗ ਅਤੇ ਖਾਸੀਅਤਾਂ ਅਤੇ ਕੀਮਤਾਂ ਆਦਿ ਦਰਸਾਈਆਂ ਜਾ ਸਕਦੀਆਂ ਹਨ। ਖਾਸ ਕਰਕੇ ਰਿਵਾਜ਼ ਜਾਂ ਮੌਸਮ ਬਦਲਣ ਨਾਲ ਇਹ ਪ੍ਰਦਰਸ਼ਨੀ ਵੀ ਬਦਲ ਜਾਂਦੀ ਹੈ। ਕੋਈ ਚਾਲੂ ਛੋਟਾਂ ਜਾਂ ਸਕੀਮਾਂ ਵੀ ਨਾਲ ਹੀ ਦਰਸਾ ਦਿੱਤੀਆਂ ਜਾਂਦੀਆਂ ਹਨ।
ਖਿੜਕੀ ਪ੍ਰਦਰਸ਼ਨੀ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਿਖਾ ਸਕਦੇ ਹਾਂ। ਮੌਸਮ ਚੇਂਜ ਹੋ ਰਿਹਾ, ਸਟਾਈਲ ਚੇਂਜ ਹੋ ਰਿਹਾ, ਬ੍ਰਾਂਡ ਚੇਂਜ ਹੋ ਰਿਹਾ, ਪ੍ਰਾਈਸਿੰਗ ਵੀ ਟੈਗ ਨਾਲ ਹੀ ਲੱਗੇ ਹੁੰਦੇ ਹਨ। ਔਰ ਪਲੱਸ ਅਗਰ ਕੋਈ ਆਫਰ ਜਾਂ ਸੇਲ ਲੱਗ ਰਹੀ ਹੈ, ਉਹ ਵੀ ਖਿੜਕੀ ਪ੍ਰਦਰਸ਼ਨੀ ਰਾਹੀਂ ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਡਿਸਪਲੇ ਕਰ ਸਕਦੇ ਹਨ। ਉਸ ਨੂੰ ਦੇਖ ਕੇ ਗਾਹਕ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਜਿੱਥੇ ਵੀ ਤੁਸੀਂ ਕਿਤੇ ਸੇਲ ਦਾ ਬੈਨਰ ਦੇਖੋਗੇ, ਤੁਸੀਂ ਦੇਖੋਗੇ ਕਿ ਉੱਥੇ ਗਾਹਕ ਜ਼ਿਆਦਾ ਆਕਰਸ਼ਿਤ ਹੋ ਕੇ ਜਾਂਦੇ ਹਨ, ਕਿਉਂਕਿ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਹਨੂੰ ਘੱਟ ਮੁੱਲ 'ਤੇ ਵਧੀਆ ਚੀਜ਼ ਪ੍ਰਾਪਤ ਹੋਵੇ। ਇਸ ਤੋਂ ਬਾਅਦ ਆਉਂਦੀ ਹੈ ਭੋਜਨ ਪ੍ਰਦਰਸ਼ਨੀ। ਇਸ ਦੀ ਵਰਤੋਂ ਹੋਟਲ, ਢਾਬੇ ਵਾਲੇ, ਕਰਿਆਨਾ ਸਟੋਰ ਵਾਲੇ ਅਤੇ ਸੁਵਿਧਾ ਸਟੋਰ ਵਾਲੇ ਕਰਦੇ ਹਨ। ਵਿਅੰਜਨਾਂ ਦੀਆਂ ਲੁਭਾਵੀਆਂ ਤਸਵੀਰਾਂ ਦਿਖਾ ਕੇ ਦੂਜਿਆਂ ਨੂੰ ਪਛਾੜ ਕੇ ਗਾਹਕ ਨੂੰ ਖਰੀਦਿਆ ਜਾਂਦਾ ਹੈ। ਇੱਕ ਭੋਜਨ ਪ੍ਰਦਰਸ਼ਨੀ ਦੇ ਵਿੱਚ ਚਾਹੇ ਉਹ ਰੈਸਟੋਰੈਂਟ ਹੋਵੇ, ਚਾਹੇ ਭੋਜਨ ਵਿਕਰੀ ਦਾ ਕੋਈ ਜਗ੍ਹਾ ਹੋਵੇ ਜਿੱਥੋਂ ਕਿ ਅਸੀਂ ਕੋਈ ਵੀ ਸਮਾਨ ਖਰੀਦਦੇ ਹਾਂ, ਜਿੱਦਾਂ ਮੈਗੀ ਹੋ ਗਿਆ, ਮੈਗੀ ਦਾ ਬੈਨਰ ਲੱਗਾ ਹੁੰਦਾ ਜਿੱਥੇ ਇੱਕ ਛੋਟਾ ਬੱਚਾ ਮੈਗੀ ਖਾ ਰਿਹਾ, ਉਹਨੂੰ ਦੇਖ ਕੇ ਆਕਰਸ਼ਿਤ ਹੋ ਕੇ ਬੱਚੇ ਆਪਣੇ ਘਰਦਿਆਂ ਨੂੰ ਕਹਿੰਦੇ ਹਨ ਸਾਨੂੰ ਮੈਗੀ ਲੈ ਕੇ ਦਿਓ, ਜਾਂ ਚੋਕਲੇਟਸ ਵਗੈਰਾ ਆ, ਜਾਂ ਕੋਈ ਵੀ ਭੋਜਨ ਦੀ ਚੀਜ਼ ਹੈ, ਉਹਨੂੰ ਉਹਦੀਆਂ ਲੁਭਾਵਣੀਆਂ ਤਸਵੀਰਾਂ ਲਗਾ ਕੇ ਗਾਹਕ ਨੂੰ ਆਕਰਸ਼ਿਤ ਕੀਤਾ ਜਾਂਦਾ ਹੈ। ਹੁਣ ਅਸੀਂ ਗੱਲ ਕਰਾਂਗੇ ਚੌਥੇ ਸੈਸ਼ਨ ਦੀ। ਇਸ ਦੇ ਵਿੱਚ ਅਸੀਂ ਗੱਲ ਕਰਾਂਗੇ ਅਧੀਨ ਵਸਤੂ ਪ੍ਰਬੰਧਕ ਦੇ ਕਰਤੱਵ ਅਤੇ ਜ਼ਿੰਮੇਵਾਰੀਆਂ। ਇੱਕ ਵਸਤੂ ਪ੍ਰਬੰਧਕ ਮੁੱਖ ਤੌਰ 'ਤੇ ਆਪਣੀਆਂ ਸੰਬੰਧਿਤ ਸ਼੍ਰੇਣੀਆਂ ਦੀਆਂ ਵਸਤੂਆਂ ਦੀ ਪ੍ਰਾਪਤੀ, ਭੰਡਾਰਨ, ਨੁਮਾਇਸ਼ ਅਤੇ ਵਿਕਰੀ ਲਈ ਜ਼ਿੰਮੇਵਾਰ ਹੁੰਦਾ ਹੈ। ਜਿਹੜਾ ਵਸਤੂ ਪ੍ਰਬੰਧਕ ਹੈ ਵਸਤੂਆਂ ਨੂੰ ਪ੍ਰਾਪਤ ਕਰਦਾ ਹੈ, ਜਿਹੜੇ ਵੀ ਵਰਗ ਦੇ ਵਿੱਚ ਉਹ ਡੀਲ ਕਰ ਰਿਹਾ ਹੈ ਉਹਨਾਂ ਦਾ ਭੰਡਾਰਨ ਕਰਦਾ ਹੈ, ਉਹਨਾਂ ਦੀ ਨੁਮਾਇਸ਼ ਕਰਦਾ ਹੈ ਅਤੇ ਉਹਨਾਂ ਦੀ ਵਿਕਰੀ ਲਈ ਜ਼ਿੰਮੇਵਾਰੀ ਲੈਂਦਾ ਹੈ। ਉਦਾਹਰਨ ਵਜੋਂ ਕਿਸੇ ਵਿਭਾਗੀ ਸਟੋਰ ਵਿੱਚ ਮਰਦਾਂ, ਔਰਤਾਂ ਅਤੇ ਬੱਚਿਆਂ ਦੇ ਕੱਪੜਿਆਂ ਲਈ ਵੱਖ-ਵੱਖ ਪ੍ਰਬੰਧਕ ਹੋ ਸਕਦੇ ਹਨ। ਜਿੱਦਾਂ ਕਿ ਕੋਈ ਡਿਪਾਰਟਮੈਂਟਲ ਸਟੋਰ ਹੈ ਜਿਹਦੇ ਵਿੱਚ ਬੱਚਿਆਂ ਦਾ ਡਿਪਾਰਟਮੈਂਟ ਅਲੱਗ ਹੈ, ਕੱਪੜਿਆਂ ਦਾ, ਮਰਦਾਂ ਦਾ ਅਲੱਗ ਹੈ ਅਤੇ ਔਰਤਾਂ ਦਾ ਅਲੱਗ ਹੈ, ਤਾਂ ਉੱਥੇ ਅਲੱਗ-ਅਲੱਗ ਪ੍ਰਬੰਧਕ ਹੋ ਸਕਦੇ ਹਨ। ਵਸਤੂ ਪ੍ਰਬੰਧਕ ਦੇ ਬੁਨਿਆਦੀ ਕਰਤੱਵਾਂ ਨੂੰ 4 ਹੇਠਲੇ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ ਕਿ ਜਿਹੜੇ ਵਸਤੂ ਪ੍ਰਬੰਧਕ ਦੇ ਬੁਨਿਆਦੀ ਕਰਤੱਵ ਕਿਹੜੇ-ਕਿਹੜੇ ਹਨ। ਸਭ ਤੋਂ ਪਹਿਲਾਂ ਯੋਜਨਾਬੰਦੀ ਹੋ ਸਕਦਾ ਹੈ ਕਿ ਵਸਤੂ ਪ੍ਰਬੰਧਕ ਸਿੱਧੇ ਤੌਰ 'ਤੇ ਵਸਤੂਆਂ ਦੀ ਖਰੀਦ ਨਾ ਕਰਦੇ ਹੋਣ, ਪਰ ਆਪਣੇ ਖੇਤਰ ਨਾਲ ਸੰਬੰਧਿਤ ਵਸਤੂਆਂ ਦੀ ਖਰੀਦ ਨੀਤੀਆਂ ਘੜਨ ਲਈ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹੁੰਦੇ ਹਨ। ਉਹਨਾਂ ਨੂੰ ਵਸਤੂਆਂ ਖਰੀਦਣ ਤੋਂ ਪਹਿਲਾਂ ਇੱਕ ਪਲੈਨਿੰਗ ਕਰਨੀ ਪੈਂਦੀ, ਇੱਕ ਯੋਜਨਾਬੰਦੀ ਕਰਨੀ ਪੈਂਦੀ ਹੈ ਕਿ ਕਿਸ ਤਰ੍ਹਾਂ ਦੀ ਵਸਤੂ ਅਸੀਂ ਕਿਹੜੇ ਮਿਆਰ ਦੀ, ਕਿਹੜੇ ਲੈਵਲ ਦੀ, ਕਿਹੜੇ ਵਪਾਰੀ ਤੋਂ, ਕਿਹੜੀ ਜਗ੍ਹਾ ਤੋਂ ਔਰ ਕਿੰਨੇ ਕੀਮਤ 'ਤੇ ਖਰੀਦਣੀ ਹੈ। ਨਿਰਦੇਸ਼ਨ। ਇੱਕ ਵਸਤੂ ਪ੍ਰਬੰਧਕ ਲੋੜ ਅਨੁਸਾਰ ਗਾਹਕਾਂ ਨੂੰ ਦਿਸ਼ਾ ਨਿਰਦੇਸ਼, ਵਸਤੂ ਨਿਰਦੇਸ਼ ਅਤੇ ਖਰੀਦ ਦੀ ਸਲਾਹ ਦੇ ਸਕਦਾ ਹੈ। ਅਜਿਹਾ ਕਰਕੇ ਉਹ ਗਾਹਕਾਂ ਦੀ ਵਫਾਦਾਰੀ, ਵਚਨਬੱਧਤਾ ਅਤੇ ਕਾਰਗੁਜ਼ਾਰੀ ਹਾਸਲ ਕਰਦਾ ਹੈ ਅਤੇ ਵਿਕਰੀ ਵਿੱਚ ਵਾਧਾ ਹੋ ਸਕਦਾ ਹੈ। ਉਹ ਆਪਣੇ ਗਾਹਕਾਂ ਨੂੰ ਨਿਰਦੇਸ਼ਨ ਦਿੰਦਾ ਹੈ, ਉਹਨਾਂ ਨੂੰ ਵਸਤੂਆਂ ਦੇ ਪ੍ਰਤੀ ਖਰੀਦਣ ਦੀ ਸਲਾਹ ਦਿੰਦਾ ਹੈ। ਸੋ ਇੱਦਾਂ ਕਰਕੇ ਕੀ ਹੈ ਕਿ ਉਹ ਆਪਣੇ ਗਾਹਕਾਂ ਨਾਲ ਇੱਕ ਵਧੀਆ ਰਿਸ਼ਤਾ ਕਾਇਮ ਕਰ ਸਕਦਾ ਹੈ, ਨੇੜਤਾ ਬਣਾ ਸਕਦਾ ਹੈ, ਉਹਨਾਂ ਦੀ ਵਫਾਦਾਰੀ ਵਸੂਲ ਕਰਕੇ ਆਪਣੀ ਦੁਕਾਨ ਦਾ ਜਿਹੜਾ ਬਿਜ਼ਨਸ ਦਾ ਜਿਹੜਾ ਵਾਧਾ ਕਰ ਸਕਦਾ ਹੈ। ਤਾਲਮੇਲ। ਵਸਤੂ ਪ੍ਰਬੰਧਕ ਅਕਸਰ ਇੱਕ ਸਮੇਂ 'ਤੇ ਇੱਕ ਤੋਂ ਵੱਧ ਗਾਹਕਾਂ ਨਾਲ ਨਜਿੱਠ ਰਹੇ ਹੁੰਦੇ ਹਨ। ਉਹਨਾਂ ਨੂੰ ਹਰੇਕ ਗਾਹਕ ਦੁਆਰਾ ਮੰਗੀ ਹੋਈ ਵਸਤੂ ਬਾਰੇ ਹਰੇਕ ਨੂੰ ਵੱਖ-ਵੱਖ ਜਾਣਕਾਰੀਆਂ ਦੇਣੀਆਂ ਪੈਂਦੀਆਂ ਹਨ ਅਤੇ ਸਭ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਂਦੇ ਹਨ। ਇਹ ਸਾਰਾ ਕੰਮ ਤਾਲਮੇਲ ਤੋਂ ਬਿਨਾਂ ਨਹੀਂ ਹੈ। ਜਿਹੜੇ ਇੱਕ ਵਸਤੂ ਪ੍ਰਬੰਧਕ ਹੈ ਇੱਕ ਟਾਈਮ 'ਤੇ ਇੱਕ ਤੋਂ ਵੱਧ ਗਾਹਕਾਂ ਨਾਲ ਨਜਿੱਠਦੇ ਹਨ, ਅਲੱਗ-ਅਲੱਗ ਗਾਹਕ ਦੀ ਅਲੱਗ-ਅਲੱਗ ਤਰ੍ਹਾਂ ਦੀ ਲੋੜ ਪੂਰੀ ਕਰਦੇ ਹਨ, ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟਸ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਹਨ। ਇਹ ਸਾਰਾ ਕੰਮ ਕਿਵੇਂ ਹੋ ਸਕਦਾ ਹੈ? ਇੱਕ ਤਾਲਮੇਲ ਦੇ ਨਾਲ ਹੀ ਹੋ ਸਕਦਾ ਹੈ। ਇਹ ਸਭ ਕੁਝ ਤਾਲਮੇਲ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਨਿਯੰਤਰਣ ਦਾ ਮਤਲਬ ਹੁੰਦਾ ਕੰਟਰੋਲ। ਹਰ ਇੱਕ ਚੀਜ਼ ਨੂੰ ਅਗਰ ਅਸੀਂ ਕੰਟਰੋਲ ਨਹੀਂ ਕਰਾਂਗੇ ਤਾਂ ਉਹ ਸਾਡੇ ਵੱਸ ਤੋਂ ਬਾਹਰ ਹੋ ਕੇ ਸਾਨੂੰ ਨੁਕਸਾਨ ਵੀ ਕਰ ਸਕਦੀ ਹੈ। ਜੋ ਵੀ ਅਸੀਂ ਕੰਮ ਕਰ ਰਹੇ ਹਾਂ, ਪਲੈਨਿੰਗ ਕਰ ਰਹੇ ਹਾਂ, ਉਹਦਾ ਨਿਰਦੇਸ਼ਨ ਕਰ ਰਹੇ ਹਾਂ, ਕੋਈ ਵੀ ਤਾਲਮੇਲ ਬਿਠਾਵਾਂਗੇ, ਸਾਨੂੰ ਉਸ ਨੂੰ ਕੰਟਰੋਲ ਕਰਨਾ ਪਏਗਾ। ਵਸਤੂਆਂ ਦੀ ਵਿਕਰੀ ਸੰਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਵਸਤੂ ਪ੍ਰਬੰਧਕ ਉਸ ਤੋਂ ਲਾਭਕਾਰੀ ਰਿਪੋਰਟਾਂ ਤਿਆਰ ਕਰ ਸਕਦੇ ਹਨ, ਜਿਵੇਂ ਕਿ ਬਜਟ ਕਾਲ ਵਿੱਚ ਹੋਈ ਕੁੱਲ ਵਿਕਰੀ, ਅਨੁਮਾਨ ਤੋਂ ਵੱਧ ਵਿਕਰੀ ਦਾ ਅਨੁਪਾਤ, ਬਜਟ ਤੋਂ ਘੱਟ ਵਿਕਰੀ ਦਾ ਅਨੁਪਾਤ, ਕੁੱਲ ਮੁਨਾਫੇ ਦਾ ਅਨੁਪਾਤ, ਭੰਡਾਰ ਦੀ ਖਪਤ ਆਦਿ। ਕਿ ਉਹਨਾਂ ਨੂੰ ਅੰਕੜਿਆਂ ਦਾ ਵਿਸ਼ਲੇਸ਼ਣ ਕਰਨਾ ਪੈਂਦਾ ਹੈ ਕਿ ਕਿੰਨੀ ਵਿਕਰੀ ਹੋਈ ਹੈ, ਸਾਡੇ ਬਜਟ ਤੋਂ ਘੱਟ ਤਾਂ ਨਹੀਂ ਹੋਈ ਵਿਕਰੀ ਜਾਂ ਬਜਟ ਤੋਂ ਵੱਧ ਹੋਈ ਹੈ, ਕਿਹੜੀ ਵਸਤੂ ਜ਼ਿਆਦਾ ਵਿਕੀ ਹੈ, ਕਿਹੜੀ ਵਸਤੂ ਘੱਟ ਵਿਕੀ ਹੈ। ਸੋ ਇਹਨਾਂ ਸਾਰੇ ਭੰਡਾਰ ਦੀ ਕਿੰਨੀ ਖਪਤ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਉਸ ਨੂੰ ਨਿਯੰਤਰਣ ਰੱਖਣਾ ਪੈਂਦਾ ਹੈ। ਇਸ ਤੋਂ ਇਲਾਵਾ ਖਰੀਦਦਾਰਾਂ ਦੀ ਕਾਰਗੁਜ਼ਾਰੀ ਅਤੇ ਖਰੀਦ ਰਵੱਈਏ ਦਾ ਵੀ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਇਹ ਵੀ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਕਿ ਗਾਹਕ ਦਾ ਬਾਇੰਗ ਪੈਟਰਨ ਕੀ ਹੈ, ਕਿ ਗਾਹਕ ਕਿਹੜੇ ਤਰੀਕੇ ਨਾਲ ਖਰੀਦ ਕਰਦਾ ਹੈ। ਕੁਝ ਗਾਹਕ ਬਲਕ ਵਿੱਚ ਖਰੀਦਦੇ ਨੇ ਚੀਜ਼ਾਂ, ਕੁਝ ਗਾਹਕ ਸਪੈਸ਼ਲ ਓਕੇਜ਼ਨਸ 'ਤੇ ਖਰੀਦਦੇ ਨੇ, ਕੁਝ ਵੈਸੇ ਹੀ ਮਾਰਕੀਟ 'ਚ ਆਏ ਸਮਾਨ ਖਰੀਦ ਲੈਂਦੇ, ਜਿੱਦਾਂ ਕਿ ਅਸੀਂ ਕਹਿੰਦੇ ਹਾਂ ਕਿ ਆਵੇਗੀ ਵਸਤੂਆਂ, ਕਿ ਹਾਂ ਵੈਸੇ ਕੋਈ ਚੀਜ਼ ਖਰੀਦ ਲਈ। ਕਿ ਇੱਕ ਲੇਡੀ ਸੀ, ਉਹ ਇੱਕ ਸੂਟ ਲੈਣ ਆਈ, ਉਹ ਆਪਣੇ ਨਾਲ 2 ਹੋਰ ਸੂਟ ਲੈ ਗਈ, ਉਹਨੂੰ 2 ਹੋਰ ਪਸੰਦ ਆ ਗਏ। ਅਤੇ ਕਿਸੇ ਵਿਅਕਤੀ ਨੇ ਇੰਨਾ ਹੀ ਬਜਟ ਤੈਅ ਕੀਤਾ ਹੁੰਦਾ ਕਿ ਮੈਂ ਇੱਕ ਪਰਟੀਕੂਲਰ ਅਮਾਊਂਟ ਤੋਂ ਉੱਪਰ ਚੀਜ਼ ਨਹੀਂ ਲੈਣੀ, ਸੋ ਤੁਸੀਂ ਉਹਨੂੰ ਉਸ ਸ਼੍ਰੇਣੀ ਜਾਂ ਉਸ ਵਰਗ ਦੀ ਚੀਜ਼ ਦਿਖਾਉਂਦੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਯੰਤਰਣ ਕਰਨਾ ਪੈਂਦਾ ਹੈ। ਇਸ ਦੇ ਆਧਾਰ 'ਤੇ ਹੀ ਕੁੱਲ ਕਾਰਵਾਈ 'ਤੇ ਨਿਯੰਤਰਣ ਰੱਖਿਆ ਜਾਂਦਾ ਹੈ ਅਤੇ ਉੱਤਮ ਨਤੀਜੇ
ਪ੍ਰਾਪਤ ਕੀਤੇ ਜਾਂਦੇ ਹਨ। ਜਦੋਂ ਅਸੀਂ ਯੋਜਨਾਬੰਦੀ ਦੇ ਅਨੁਸਾਰ ਕੀਤੇ ਕੰਮਾਂ ਦਾ ਨਿਯੰਤਰਣ ਕਰਦੇ ਹਾਂ ਤਾਂ ਉਹਦੇ ਹਿਸਾਬ ਨਾਲ ਹੀ ਸਾਨੂੰ ਸਹੀ ਨਤੀਜੇ ਪ੍ਰਾਪਤ ਹੋ ਸਕਦੇ ਹਨ। ਹੁਣ ਆਪਾਂ ਗੱਲ ਕਰਦੇ ਹਾਂ ਕੂਟਨੀਤਿਕ ਵਪਾਰ ਯੋਜਨਾ ਬਾਰੇ। ਕੂਟਨੀਤਿਕ ਵਪਾਰ ਯੋਜਨਾ ਦੇ ਵਿੱਚ ਕੀ ਆਉਂਦਾ ਹੈ? ਮੰਡੀਕਰਨ ਨੀਤੀ ਅਤੇ ਵਿਕਰੀ ਅਨੁਮਾਨ। ਮੰਡੀਕਰਨ ਮਾਰਕੀਟਿੰਗ ਪੋਲਿਸੀਜ਼, ਕਿ ਮਾਰਕੀਟ ਵਿੱਚ ਕਿੱਦਾਂ ਦਾ ਟਰੈਂਡ ਚੱਲ ਰਿਹਾ, ਕੀ ਪੋਲਿਸੀਜ਼ ਚੱਲ ਰਹੀਆਂ, ਉਸ ਦੇ ਅਕੋਰਡਿੰਗ ਅਸੀਂ ਆਪਣੀ ਸੈਲਿੰਗ ਦਾ ਅਨੁਮਾਨ ਲਗਾਉਂਦੇ ਹਾਂ ਕਿ ਅਸੀਂ ਕਿੰਨਾ ਸੈੱਲ ਕਰ ਸਕਾਂਗੇ। ਵਸਤੂ ਪ੍ਰਬੰਧਕਾਰੀ ਅਤੇ ਲਾਈਨ ਯੋਜਨਾਬੰਦੀ, ਕਿ ਵਸਤੂਆਂ ਦੀ ਪ੍ਰਬੰਧਕਾਰੀ ਕਰਨੀ ਕਿ ਕਿਹੜੀ ਵਸਤੂ ਕਿੱਥੇ ਖਰੀਦਣੀ ਹੈ ਅਤੇ ਕਿਹੜੀ ਲਾਈਨ ਦੀ ਵਸਤੂ ਅਸੀਂ ਜ਼ਿਆਦਾ ਖਰੀਦਣੀ ਹੈ, ਕਿ ਕਿਹੜੀ ਵਸਤੂ ਨੂੰ ਅਸੀਂ ਕਿਵੇਂ ਵੇਚਣਾ ਹੈ, ਉਹਨਾਂ ਸਾਰੀਆਂ ਦੀ ਯੋਜਨਾਬੰਦੀ ਕਰਨੀ। ਉਤਪਾਦਨ ਅਤੇ ਸਮਰੱਥਾ ਯੋਜਨਾਬੰਦੀ, ਕਿ ਸਾਡਾ ਕਿੰਨਾ ਉਤਪਾਦਨ ਹੈ, ਕਿਹੜੀ ਜਗ੍ਹਾ ਤੋਂ ਸਾਨੂੰ ਕਿੰਨਾ, ਸਾਡਾ ਉਤਪਾਦਕ ਕਿੰਨਾ ਦੇ ਰਿਹਾ ਹੈ, ਅਸੀਂ ਆਪਣੇ ਗਾਹਕ ਨੂੰ ਕਿੰਨਾ ਪ੍ਰੋਮਿਸ ਕਰ ਸਕਦੇ ਹਾਂ। ਸਪੋਜ਼ ਕਰੋ ਅਸੀਂ ਆਪਣੇ ਗਾਹਕ ਨੂੰ ਪ੍ਰੋਮਿਸ ਕਰ ਦਈਏ ਕਿ ਅਸੀਂ ਤੁਹਾਨੂੰ ਇਸ ਅਮਾਊਂਟ 'ਚ ਇੰਨੀ ਚੀਜ਼ ਪਹੁੰਚਾ ਦਾਂਗੇ, ਪਰ ਸਾਨੂੰ ਸਾਡੇ ਉਤਪਾਦਕ ਨਾਲ ਵੀ ਗੱਲ ਕਰਨੀ ਪਏਗੀ। ਉਤਪਾਦਕ ਦੀ ਉਤਪਾਦਕਤਾ ਵੱਲ ਵੀ ਪੂਰਾ ਧਿਆਨ ਦੇਣਾ ਪਏਗਾ ਕਿ ਕੀ ਉਹ ਉਤਪਾਦਕ ਸਾਨੂੰ ਉਸ ਚੀਜ਼ ਦੀ ਸਪਲਾਈ ਪੂਰਤੀ ਕਰ ਸਕੇਗਾ, ਕਿਉਂਕਿ ਮੰਗ ਅਸੀਂ ਤਾਂ ਹੀ ਪੂਰੀ ਕਰਾਂਗੇ ਅਗਰ ਸਾਡੇ ਕੋਲ ਉਸ ਚੀਜ਼ ਦੀ ਸਪਲਾਈ ਹੋਏਗੀ। ਸੋ ਉਹਨਾਂ ਸਾਰੀਆਂ ਚੀਜ਼ਾਂ ਦੀ ਯੋਜਨਾਬੰਦੀ। ਫਿਰ ਕੱਚਾ ਮਾਲ ਪ੍ਰਾਪਤੀ, ਉਤਪਾਦਨ ਸਤਰ ਯੋਜਨਾਬੰਦੀ, ਇਹ ਸਾਰੀਆਂ ਚੀਜ਼ਾਂ, ਇਹ ਜਿਹੜੀ ਵਪਾਰ ਯੋਜਨਾ ਦੇ ਵਿੱਚ ਹਰ ਇੱਕ ਚੀਜ਼ ਉਤਪਾਦਨ ਤੋਂ ਲੈ ਕੇ ਐਂਡ ਸੈਲਿੰਗ ਤੱਕ ਇਹ ਸਾਰੀਆਂ ਚੀਜ਼ਾਂ ਸ਼ਾਮਲ ਹਨ। ਕੁਝ ਕਰਨਯੋਗ ਜ਼ਰੂਰੀ ਗੱਲਾਂ। ਕਹਿੰਦੇ ਕਿ ਜਦੋਂ ਅਸੀਂ ਵਸਤੂ ਦੀ ਪ੍ਰਬੰਧਕਾਰੀ ਜਾਂ ਵਸਤੂ ਦੀ ਪੇਸ਼ਕਾਰੀ ਕਰਦੇ ਹਾਂ, ਇੱਕ ਅਧੀਨ ਵਸਤੂ ਪ੍ਰਬੰਧਕਾਰ ਆਪਣੀ ਦੁਕਾਨ 'ਤੇ, ਤਾਂ ਉਸ ਵੇਲੇ ਕਿਹੜੀਆਂ ਚੀਜ਼ਾਂ ਦਾ ਸਾਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਸੋ ਇਹਨਾਂ ਨੂੰ ਤੁਸੀਂ ਧਿਆਨ ਨਾਲ ਸੁਣਨਾ। ਲੱਕੜ ਜਾਂ ਪਲਾਈ ਦੇ ਕੁਝ ਟੇਬਲ ਤਿਆਰ ਕਰਾਓ, ਕਿਉਂਕਿ ਟੇਬਲ 'ਤੇ ਡਿਸਪਲੇ ਕੀਤੀ ਹੋਈ ਚੀਜ਼ ਜ਼ਿਆਦਾ ਵਧੀਆ ਲੱਗਦੀ ਹੈ। ਇੱਕ ਤਰ੍ਹਾਂ ਦੀਆਂ ਵਸਤੂਆਂ ਨੂੰ ਸਮੂਹ ਵਿੱਚ ਰੱਖੋ। ਵਸਤਾਂ ਭਰਪੂਰ ਲੱਗਣਗੀਆਂ ਅਤੇ ਪ੍ਰਦਰਸ਼ਨ ਵੀ ਚੰਗਾ ਹੋਵੇਗਾ। ਗਾਹਕ ਨੂੰ ਆਪਣੀ ਲੋੜ ਦੀ ਵਸਤੂ ਜਲਦੀ ਮਿਲ ਜਾਵੇਗੀ ਅਤੇ ਹੋ ਸਕਦਾ ਹੈ ਉਹ ਆਪਣੀ ਲੋੜ ਤੋਂ ਵੱਧ ਖਰੀਦ ਲੈਣ। ਇੱਕ ਤਰ੍ਹਾਂ ਦੀ ਵਸਤੂ ਨੂੰ ਇੱਕ ਪਾਸੇ ਭੰਡਾਰ ਕਰਕੇ ਰੱਖੋ ਤਾਂ ਕਿ ਗਾਹਕ ਨੂੰ ਲੱਗੇ ਕਿ ਹਾਂ ਇਹਨਾਂ ਕੋਲ ਬਹੁਤ ਜ਼ਿਆਦਾ ਚੀਜ਼ਾਂ ਹੈ, ਕਿ ਸਾਨੂੰ ਚੋਇਸ ਲਈ ਬਹੁਤ ਜ਼ਿਆਦਾ ਸਮਾਨ ਹੈਗਾ। ਸੋ ਗਾਹਕ ਨੂੰ ਇੱਕ ਤਾਂ ਉਹ ਈਜ਼ੀਲੀ ਚੀਜ਼ ਮਿਲ ਜਾਏਗੀ ਅਤੇ ਦੂਸਰੀ ਗੱਲ, ਉਹ ਆਪਣੀ ਲੋੜ ਤੋਂ ਵੱਧ ਵੀ ਖਰੀਦ ਕਰ ਸਕਦਾ ਹੈ। ਵਸਤੂਆਂ ਨੂੰ ਸਜਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰੋ। ਪਰਦੇ, ਚਾਦਰਾਂ, ਕੁਰਸੀਆਂ ਅਤੇ ਹੋਰ ਫਰਨੀਚਰ ਨੂੰ ਵੀ ਸਾਫ਼ ਕਰੋ। ਜਿਹੜੀ ਤੁਹਾਡੀ ਦੁਕਾਨ ਹੈ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਛੋਟੀਆਂ, ਕੀਮਤੀ ਅਤੇ ਟੁੱਟਣਯੋਗ ਵਸਤਾਂ ਨੂੰ ਆਪਣੀ ਨਜ਼ਰ ਹੇਠ ਰੱਖੋ। ਕੋਈ ਚੀਜ਼ ਜਿਹੜੀ ਟੁੱਟਣਯੋਗ ਹੈ ਜਾਂ ਛੋਟੀ ਹੈ ਉਸ ਨੂੰ ਆਪਣੀ ਨਜ਼ਰ ਹੇਠ ਰੱਖੋ। ਟੁੱਟਣਯੋਗ ਵਸਤਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਬਾਹਰ ਟੇਬਲਾਂ ਉੱਪਰ ਰੱਖੋ। ਕੁਝ ਖਰੀਦਦਾਰ ਆਪਣੇ ਬੱਚਿਆਂ ਨੂੰ ਖੇਡਣ ਲਈ ਖੁੱਲ੍ਹੀ ਆਗਿਆ ਦੇ ਦਿੰਦੇ ਹਨ। ਜੇਕਰ ਕੋਈ ਚੀਜ਼ ਟੁੱਟ ਜਾਵੇ ਤਾਂ ਉਸਦੇ ਪੈਸੇ ਭਰਨ ਲਈ ਵੀ ਤਿਆਰ ਨਹੀਂ ਹੋਣਗੇ। ਜਿਨ੍ਹਾਂ ਵਸਤਾਂ ਦੀ ਵਿਕਰੀ ਨੂੰ ਤੁਸੀਂ ਪਹਿਲ ਦੇਣਾ ਚਾਹੁੰਦੇ ਹੋ, ਜਿਵੇਂ ਕਿ ਮੌਸਮੀ ਵਸਤਾਂ, ਵੱਡੀਆਂ ਚੀਜ਼ਾਂ ਜਿਵੇਂ ਫਰਨੀਚਰ ਆਦਿ ਨੂੰ ਤੁਰਨ ਫਿਰਨ ਵਾਲੇ ਗਲਿਆਰਿਆਂ ਦੇ ਸਿਰਿਆਂ 'ਤੇ ਰੱਖੋ, ਜਿਸ ਨਾਲ ਸੇਲ ਵੱਡੀ ਅਤੇ ਵਧੀਆ ਦਿਖੇਗੀ। ਆਲ ਇਨ ਆਲ ਇਹਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਕਿ ਆਪਣਾ ਜਿਹੜਾ ਪ੍ਰਦਰਸ਼ਨ ਹੈ ਉਸਨੂੰ ਇੰਨਾ ਆਕਰਸ਼ਿਤ ਬਣਾਓ ਕਿ ਜਿਹੜਾ ਗਾਹਕ ਹੈ ਤੁਹਾਡੀ ਚੀਜ਼ ਦੇ ਵੱਲ ਆਕਰਸ਼ਿਤ ਹੋ ਕੇ ਆਵੇ ਅਤੇ ਤੁਹਾਡੀ ਚੀਜ਼ ਨੂੰ ਖਰੀਦਣ ਦੇ ਲਈ ਖੁਸ਼ ਹੋਵੇ ਔਰ ਤੁਹਾਡੀ ਵਿਕਰੀ ਦੇ ਵਿੱਚ ਵਾਧਾ ਹੋਵੇ। ਹੁਣ ਅਸੀਂ ਗੱਲ ਕਰਾਂਗੇ ਕੁਝ ਡਿਸਪਲੇਸ ਦੀ। ਜਿੱਦਾਂ ਇਹਦੇ ਵਿੱਚ ਲਿਖਿਆ ਹੈ ਕਿ ਬੁੱਤਾਂ ਨੂੰ ਪਹਿਨਾਏ ਕੱਪੜੇ ਲਾਗਲੇ ਖਾਨਿਆਂ ਵਿੱਚ ਚੋਖੀ ਮਾਤਰਾ ਅਤੇ ਹਰੇਕ ਆਕਾਰ ਰੰਗ ਵਿੱਚ ਉਪਲਬਧ ਹੋਣੇ ਚਾਹੀਦੇ ਹਨ। ਜਿਹੜੇ ਕਿ ਬੁੱਤਾਂ ਨੂੰ ਕੱਪੜੇ ਪਹਿਨਾਏ ਗਏ ਹਨ ਉਹਨਾਂ ਨੂੰ ਚੋਖੀ ਮਾਤਰਾ ਦੇ ਵਿੱਚ ਅਤੇ ਹਰੇਕ ਆਕਾਰ ਅਤੇ ਰੰਗ ਦੇ ਵਿੱਚ ਉਪਲਬਧ ਕਰਾਓ ਤਾਂ ਕਿ ਗਾਹਕ ਆਪਣੀ ਪਸੰਦ ਦੇ ਹਿਸਾਬ ਨਾਲ ਆਪਣੇ ਸਾਈਜ਼ ਨੂੰ ਚੂਜ਼ ਕਰ ਸਕੇ ਔਰ ਖਰੀਦ ਸਕੇ। ਇਸ ਤੋਂ ਨੀਚੇ ਲਿਖਿਆ ਹੈ ਕਿ ਗਾਹਕਾਂ ਨਾਲ ਆਦਰਪੂਰਵਕ ਗੱਲਬਾਤ ਕਰੋ ਅਤੇ ਉਹਨਾਂ ਨੂੰ ਯਾਦ ਰੱਖਣ ਯੋਗ ਅਹਿਸਾਸ ਕਰਾਓ। ਗਾਹਕਾਂ ਨਾਲ ਆਦਰਪੂਰਵਕ ਤਰੀਕੇ ਨਾਲ ਗੱਲਬਾਤ ਕਰੋ ਤਾਂ ਕਿ ਜਿਹੜਾ ਗਾਹਕ ਆ ਤੁਹਾਨੂੰ ਹਮੇਸ਼ਾ ਯਾਦ ਰੱਖੇ। ਅਗਰ ਗਾਹਕ ਕਿਸੇ ਦੁਕਾਨ ਦੇ ਵਿਕਰੀ ਪ੍ਰਬੰਧਕ ਨੂੰ ਯਾਦ ਰੱਖ ਰਿਹਾ, ਇਹਦਾ ਮਤਲਬ ਕਿ ਉਹਨੂੰ ਉਸ ਦੁਕਾਨ ਦੀ ਡੀਲਿੰਗ ਪਸੰਦ ਆਈ ਹੈ ਅਤੇ ਦੁਬਾਰਾ ਜ਼ਰੂਰ ਉਸ ਦੁਕਾਨ 'ਤੇ ਵਿਜ਼ਿਟ ਕਰੇਗਾ। ਉਸ ਤੋਂ ਬਾਅਦ ਆ ਕਿ ਅਜਿਹੇ ਵਿਕਰੀ ਦ੍ਰਿਸ਼, ਜਿਵੇਂ ਕਿ ਸਾਹਮਣੇ ਜਿੱਥੇ ਡਿਸਕਾਊਂਟ ਲੱਗਾ ਹੋਇਆ ਹੈ, ਕਿ ਇਸ ਦੀ ਵਰਤੋਂ ਨਾਲ ਵਸਤੂਆਂ ਦੇ ਮੁੱਲ ਵਿੱਚ ਕੋਈ ਕਮੀ ਹੋਣ ਦਾ ਖਤਰਾ ਨਹੀਂ ਹੁੰਦਾ। ਅਗਰ ਤੁਸੀਂ ਡਿਸਕਾਊਂਟ 'ਤੇ ਕਿਸੇ ਚੀਜ਼ ਨੂੰ ਡਿਸਪਲੇ ਕਰ ਰਹੇ ਆ, ਡਿਸਕਾਊਂਟ 'ਤੇ ਉਸ ਦੇ ਖਰੀਦਦਾਰ ਜ਼ਿਆਦਾ ਆਉਣਗੇ ਕਿਉਂਕਿ ਲੋਕ ਵਧੀਆ ਬ੍ਰਾਂਡ ਦੀ ਚੀਜ਼ ਨੂੰ ਘੱਟ ਅਮਾਊਂਟ ਦੇ ਵਿੱਚ ਖਰੀਦਣਾ ਜ਼ਿਆਦਾ ਪਸੰਦ ਕਰਦੇ ਆ ਅਤੇ ਇਹਦੇ ਨਾਲ ਕੀ ਹੈ, ਵਿਕਰੀ ਦੇ ਵਿੱਚ ਵਾਧਾ ਹੋਏਗਾ। ਅਤੇ ਜਿੱਦਾਂ ਸਾਹਮਣੇ ਇਸ ਸੀਨ ਦੇ ਵਿੱਚ ਲਿਖਿਆ ਕਿ ਜਿਹੜਾ ਦੁਕਾਨ ਦਾ ਪ੍ਰਵੇਸ਼ ਦੁਆਰ ਆ ਉਹ ਸੋਹਣਾ ਹੋਣਾ ਚਾਹੀਦਾ ਹੈ। ਦੁਕਾਨ ਦੇ ਪ੍ਰਵੇਸ਼ ਨੇੜੇ ਇੱਕ ਸੋਹਣਾ ਅਤੇ ਦਿਲ ਖਿੱਚਵਾਂ ਦ੍ਰਿਸ਼ ਵੇਖੋ। ਇਹ ਕੋਲੋਂ ਲੰਘਣ ਵਾਲੇ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਸਭ ਤੋਂ ਚਮਕਦਾਰ ਸਟੋਰ ਜ਼ਿਆਦਾ ਗਾਹਕ ਖਿੱਚਦੇ ਹਨ। ਪ੍ਰਵੇਸ਼ ਦੁਆਰ ਸਭ ਤੋਂ ਸੋਹਣਾ ਅਤੇ ਚਮਕਦਾਰ ਹੋਣਾ ਚਾਹੀਦਾ ਹੈ। ਜਿਹੜੀ ਚਮਕਦਾਰ ਦੁਕਾਨ ਆ ਉਹਦੇ ਵੱਲ ਗਾਹਕ ਜ਼ਿਆਦਾ ਅਟਰੈਕਟ ਹੁੰਦੇ ਹਨ, ਉੱਥੋਂ ਜ਼ਿਆਦਾ ਵਿਕਰੀ ਹੁੰਦੀ ਹੈ। ਸੋ ਆਪਣਾ ਜਿਹੜੀ ਦੁਕਾਨ ਆ ਉਸ ਦੀ ਜਿਹੜੀ ਰੂਪ ਰੇਖਾ ਦੇ ਵਿੱਚ ਜਿਹੜੀ ਪ੍ਰਦਰਸ਼ਨੀ ਲਈ ਪ੍ਰਵੇਸ਼ ਦੁਆਰ ਨੂੰ ਹੋਰ ਸੋਹਣਾ ਅਤੇ ਆਕਰਸ਼ਿਤ ਬਣਾ ਕੇ ਰੱਖੋ। ਸਟੋਰ ਵਿੱਚ ਕੀ ਨਾ ਕਰੀਏ, ਇਹ ਵੀ ਬਹੁਤ ਜ਼ਰੂਰੀ ਗੱਲਾਂ ਨੇ ਕਿ ਅਸੀਂ ਸਟੋਰ ਦੇ ਵਿੱਚ ਅਗਰ ਵਸਤੂ ਪ੍ਰਦਰਸ਼ਨੀ ਕਰ ਰਹੇ ਹਾਂ ਆਪਣੇ ਵਸਤੂ ਦੀ ਵਿਕਰੀ ਵਧਾਉਣ ਦੇ ਲਈ, ਅਤੇ ਕੁਝ ਇਹਨਾਂ ਗੱਲਾਂ ਦਾ ਵੀ ਧਿਆਨ ਰੱਖੀਏ ਕਿ ਜਿਨ੍ਹਾਂ ਨੂੰ ਅਸੀਂ ਨਾ ਕਰੀਏ।
ਮੇਜ਼ਾਂ ਅਤੇ ਰੈਕਾਂ ਨੂੰ ਨੇੜੇ ਨਾ ਰੱਖੋ। ਚੱਲਣ ਫਿਰਨ ਵਾਲੇ ਰਸਤੇ ਖੁੱਲ੍ਹੇ ਰੱਖੋ। ਸਾਰੀ ਜਗ੍ਹਾ ਨੂੰ ਵਰਤੋ ਅਤੇ ਮੇਜ਼ ਦੂਰ ਦੂਰ ਕਰੋ। ਇਸ ਨਾਲ ਸੇਲ ਵੱਡੀ ਦਿਖਾਈ ਦਿੰਦੀ ਹੈ। ਆਪਣੀ ਸੇਲ ਨੂੰ ਵੱਡੀ ਦਿਖਾਉਣ ਦੇ ਲਈ ਮੇਜ਼ਾਂ ਅਤੇ ਕੁਰਸੀਆਂ ਨੂੰ ਜੋੜ ਕੇ ਨਾ ਰੱਖੋ। ਰੈਕਾਂ ਨੂੰ ਉਹਨਾਂ ਨੂੰ ਤੁਰਨ ਫਿਰਨ ਦੇ ਲਈ ਵੀ ਗਾਹਕ ਲਈ ਰਸਤਾ ਛੱਡੋ ਔਰ ਉਹਨੂੰ ਵੱਡੀ ਦਿਖਾਉਣ ਦੇ ਲਈ ਖੁੱਲ੍ਹੇ ਡੁੱਲੇ ਤਰੀਕੇ ਦੇ ਨਾਲ ਰੱਖੋ। ਖਰਾਬ ਅਤੇ ਵਾਪਸ ਆਈਆਂ ਵਸਤੂਆਂ ਨੂੰ ਪ੍ਰਦਰਸ਼ਨ ਵਿੱਚ ਨਾ ਰੱਖੋ। ਉਹਨਾਂ ਦੀ ਹਾਲਤ ਬਾਰੇ ਝੂਠ ਨਾ ਬੋਲੋ। ਕੋਈ ਵੀ ਖਰਾਬ ਚੀਜ਼ ਨੂੰ ਆਪਣੀ ਪ੍ਰਦਰਸ਼ਨੀ ਵਿੱਚ ਸ਼ਾਮਲ ਨਾ ਕਰੋ। ਅਗਰ ਗਾਹਕ ਤੁਹਾਡੀ ਦੁਕਾਨ 'ਤੇ ਕਿਸੇ ਖਰਾਬ ਚੀਜ਼ ਨੂੰ ਦੇਖੇਗਾ, ਉਸ ਦਾ ਤੁਹਾਡੀ ਦੁਕਾਨ ਪ੍ਰਤੀ ਇਹੀ ਬਣ ਜਾਏਗਾ ਕਿ ਇਸ ਦੁਕਾਨ 'ਤੇ ਜਿਹੜਾ ਸਮਾਨ ਹੈ ਖਰਾਬ ਵੀ ਮਿਲਦਾ ਹੈ। ਸੋ ਤੁਹਾਡੀ ਦੁਕਾਨ ਦੀ ਇਮੇਜ ਉਹਦੇ ਦਿਮਾਗ ਦੇ ਵਿੱਚ ਗਲਤ ਵੀ ਬਣ ਸਕਦੀ ਹੈ ਔਰ ਉਸ ਨੂੰ ਤੁਸੀਂ ਕਦੀ ਵੀ ਕਿਸੇ ਖਰਾਬ ਚੀਜ਼ ਬਾਰੇ ਝੂਠ ਨਾ ਬੋਲੋ। ਪੁਰਾਣੀਆਂ ਖਰਾਬ ਵਸਤਾਂ ਵੇਚਣ ਵੇਲੇ ਇਮਾਨਦਾਰੀ ਵਰਤੋ। ਜੇਕਰ ਕੋਈ ਗਾਹਕ ਫਿਰ ਵੀ ਇਸ ਨੂੰ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਉਸਦੀ ਖਰਾਬੀ ਬਾਰੇ ਦੱਸ ਦਿਓ। ਅਗਰ ਕੋਈ ਗਾਹਕ ਹੈ ਜਿਹੜਾ ਕਿ ਕਿਸੇ ਚੀਜ਼ ਨੂੰ ਦੇਖ ਕੇ ਅਗਰ ਕਹਿ ਰਿਹਾ ਕਿ ਆਹ ਵਾਲੀ ਚੀਜ਼, ਤੁਸੀਂ ਉਹਨੂੰ ਕਹਿੰਦੇ ਕਿ ਨਹੀਂ ਇਹ ਚੀਜ਼ 'ਚ ਥੋੜ੍ਹਾ ਡਿਫੈਕਟ ਹੈ, ਅਗਰ ਫਿਰ ਵੀ ਗਾਹਕ ਖਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਉਸਦੀ ਖਰਾਬੀ ਬਾਰੇ ਸੱਚਾਈ ਨਾ ਦੱਸੋ, ਤਾਂ ਕਿ ਜਿਹੜਾ ਗਾਹਕ ਹੈ ਉਹ ਤੁਹਾਡੀ ਸੱਚਾਈ ਤੋਂ ਹੀ ਪ੍ਰਭਾਵਿਤ ਹੋ ਸਕੇ। ਗਾਹਕ ਨੂੰ ਅਜਿਹੀਆਂ ਵਿਸ਼ੇਸ਼ਤਾਵਾਂ ਨਾ ਦੱਸੋ ਜੋ ਉਸ ਵਸਤੂ ਵਿੱਚ ਨਾ ਹੋਣ। ਕਦੇ ਵੀ ਵਸਤੂ ਦੀ ਵਿਸ਼ੇਸ਼ਤਾਵਾਂ ਬਾਰੇ ਝੂਠ ਨਾ ਬੋਲੋ। ਹਰ ਇੱਕ ਚੀਜ਼ ਦਾ ਮੈਨੂਅਲ ਆਉਂਦਾ ਹੈ। ਅਗਰ ਗਾਹਕ ਬਾਅਦ ਵਿੱਚ ਆਰਾਮ ਦੇ ਨਾਲ ਪੜ੍ਹੇਗਾ ਜਾਂ ਕਿਸੇ ਹੋਰ ਤੋਂ ਪੁੱਛੇਗਾ, ਅਗਰ ਉਸ ਨੂੰ ਉਹਦੇ ਵਿੱਚ ਉਹ ਵਿਸ਼ੇਸ਼ਤਾਵਾਂ ਨਹੀਂ ਮਿਲਣਗੀਆਂ, ਉਸ ਦੇ ਨਾਲ ਕੀ ਹੋਏਗਾ, ਜਿਹੜਾ ਗਾਹਕ ਹੈ ਉਹ ਅਸੰਤੁਸ਼ਟ ਹੋਏਗਾ। ਹੇਠਲੇ ਚਿੱਤਰਾਂ ਵਿੱਚ ਬੁੱਤਾਂ ਨੂੰ ਪਹਿਨਾਏ ਕੱਪੜੇ ਵੇਖ ਕੇ ਗਾਹਕ ਇਹ ਆਸ ਰੱਖਦੇ ਹਨ ਕਿ ਨਜ਼ਦੀਕੀ ਖਾਨਿਆਂ ਵਿੱਚ ਉਸ ਵਰਗੇ ਕੱਪੜੇ ਮਿਲ ਜਾਣਗੇ, ਪਰੰਤੂ ਇਹਨਾਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਰੈਕਾਂ ਵਿੱਚ ਪਾਇਆ ਸਮਾਨ ਬੁੱਤਾਂ ਨੂੰ ਪਹਿਨਾਏ ਕੱਪੜਿਆਂ ਤੋਂ ਵੱਖਰਾ ਹੈ। ਤਾਂ ਗਾਹਕ ਇਹੋ ਜਿਹੇ ਕੱਪੜੇ ਕਿੱਥੇ ਲੱਭ ਸਕਦਾ ਹੈ? ਜਿੱਦਾਂ ਨੀਚੇ ਜੋ ਵੀ ਦਿਖਾਇਆ ਹੋਇਆ ਉਹਦੇ ਵਿੱਚ ਇਹ ਹੈ ਕਿ ਡੰਮੀ 'ਤੇ ਕੁਝ ਹੋਰ ਕੱਪੜਾ ਪਾਇਆ ਹੋਇਆ ਬਟ ਰੈਕਸ 'ਤੇ ਕੁਝ ਹੋਰ ਦਿਖਾ ਰਹੇ ਹਾਂ। ਉਸ ਦੇ ਨਾਲ ਵੀ ਜਿਹੜਾ ਗਾਹਕ ਹੈ ਨਾ, ਗਾਹਕ ਨੂੰ ਮਤਲਬ ਆਕਰਸ਼ਣ ਨਹੀਂ ਫੀਲ ਹੁੰਦਾ, ਕਿਉਂਕਿ ਗਾਹਕ ਹਮੇਸ਼ਾ ਚਾਹੁੰਦਾ ਹੈ ਕਿ ਜਿਹੜੀ ਚੀਜ਼ ਮੈਂ ਦੇਖ ਰਿਹਾ ਮੈਨੂੰ ਉਹਦੇ ਆਲੇ ਦੁਆਲੇ ਉੱਦਾਂ ਦੀਆਂ ਅਲੱਗ-ਅਲੱਗ ਸਾਈਜ਼ਿਸ ਅਤੇ ਅਲੱਗ-ਅਲੱਗ ਕਲਰਸ ਦੇ ਵਿੱਚ ਚੀਜ਼ ਮਿਲੇ। ਅਗਰ ਗਾਹਕ ਨੂੰ ਉੱਦਾਂ ਦੀ ਚੀਜ਼ ਨਹੀਂ ਮਿਲੇਗੀ ਤਾਂ ਗਾਹਕ ਗੈਰ ਸੰਤੁਸ਼ਟ ਹੋ ਜਾਂਦਾ ਹੈ ਉਸ ਵੇਲੇ। ਸੋ ਗਾਹਕ ਦੀ ਸੰਤੁਸ਼ਟੀ ਦੇ ਲਈ ਹਰ ਇੱਕ ਚੀਜ਼ ਉਹਦੇ ਸਾਹਮਣੇ ਡਿਸਪਲੇ ਕਰਕੇ ਰੱਖੋ ਔਰ ਅਜਿਹੇ ਖਿਲਾਰਾ ਨਾ ਪਾ ਕੇ ਰੱਖੋ। ਅਜਿਹੇ ਖਿਲਾਰੇ ਨਾਲ ਮਾਲ ਬੇਕਾਰ ਅਤੇ ਫਜ਼ੂਲ ਲੱਗਦਾ ਹੈ ਅਤੇ ਉਸ ਦਾ ਮੁੱਲ ਘੱਟ ਜਾਂਦਾ ਹੈ। ਅਗਰ ਗਾਹਕ ਨੂੰ ਲੱਗਿਆ ਕਿ ਤੁਸੀਂ ਖਿਲਾਰਾ ਪਾ ਕੇ ਸਮਾਨ ਨੂੰ ਡਿਸਪਲੇ ਕੀਤਾ, ਅਗਰ ਦੁਕਾਨ 'ਤੇ ਸਮਾਨ ਸਹੀ ਤਰੀਕੇ ਨਾਲ ਡਿਸਪਲੇਡ ਨਹੀਂ ਹੈ, ਉਹਨੂੰ ਸਸਤਾ ਸਮਾਨ ਸਮਝੇਗਾ, ਘਟੀਆ ਸਮਾਨ ਸਮਝੇਗਾ। ਉਹਨੂੰ ਲੱਗੇਗਾ ਕਿ ਇਹ ਤਾਂ ਮਤਲਬ ਘਟੀਆ ਸਮਾਨ ਨੂੰ ਸਾਨੂੰ ਮਹਿੰਗੇ ਮੁੱਲ 'ਤੇ ਵੇਚ ਰਹੇ ਹਾਂ। ਸੋ ਜਿਹੜਾ ਸਮਾਨ ਆ ਉਹਨੂੰ ਸਹੀ ਤਰੀਕੇ ਦੇ ਨਾਲ ਰੱਖੋ। ਉਪਰੋਕਤ ਤਸਵੀਰ ਵਿੱਚ ਦੇਖੋ ਕਿ ਰੌਸ਼ਨੀ ਬਹੁਤ ਘੱਟ ਹੈ। ਕਿਸੇ ਨੇ ਲਾਈਟ ਜਗਾਉਣ ਵੱਲ ਧਿਆਨ ਨਹੀਂ ਦਿੱਤਾ। ਦੁਕਾਨ ਦੇ ਪ੍ਰਵੇਸ਼ ਅਤੇ ਪ੍ਰਦਰਸ਼ਨੀ ਵਿੱਚ ਰੌਸ਼ਨੀ ਦਾ ਬਹੁਤ ਮਹੱਤਵ ਹੈ। ਗਾਹਕ ਰੌਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ ਅਤੇ ਇਹ ਚੰਗੇ ਅਹਿਸਾਸ ਦੀ ਸ਼ੁਰੂਆਤ ਹੁੰਦੀ ਹੈ। ਜਿੱਦਾਂ ਸਾਹਮਣੇ ਵਾਲੀਆਂ ਪਿਕਚਰਸ ਦੇ ਵਿੱਚ ਰੌਸ਼ਨੀ ਦੀ ਕਮੀ ਲੱਗ ਰਹੀ ਹੈ, ਜਿਹੜਾ ਗਾਹਕ ਹੈ ਉਹਨੂੰ ਪ੍ਰਵੇਸ਼ ਦੁਆਰ 'ਤੇ ਦੁਕਾਨ ਦੇ ਅੰਦਰ ਜਿੱਥੇ ਸਮਾਨ ਡਿਸਪਲੇਡ ਹੈ ਉੱਥੇ ਰੌਸ਼ਨੀ ਦੀ ਜ਼ਰੂਰਤ ਹੁੰਦੀ ਹੈ, ਤਾਂ ਹੀ ਉਹ ਚੀਜ਼ ਨੂੰ ਹਰ ਇੱਕ ਤਰੀਕੇ ਨਾਲ ਦੇਖ ਸਕਦਾ ਹੈ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ। ਸੋ ਬੱਚਿਓ, ਅੰਤ ਦੇ ਵਿੱਚ ਹੁਣ ਮੈਂ ਇਹੀ ਕਹਾਂਗੀ ਕਿ ਜਿਹੜਾ ਅੱਜ ਅਸੀਂ ਯੂਨਿਟ ਕੀਤਾ ਹੈ, ਜਿਹਦੇ ਵਿੱਚ ਅਸੀਂ ਵਸਤੂ ਪ੍ਰਬੰਧਕ ਅਤੇ ਚੀਜ਼ਾਂ ਦੀ ਪ੍ਰਦਰਸ਼ਨੀ ਬਾਰੇ ਪੜ੍ਹਿਆ ਹੈ, ਅਲੱਗ-ਅਲੱਗ ਤਰ੍ਹਾਂ ਦੀਆਂ ਵਸਤੂਆਂ ਬਾਰੇ ਪੜ੍ਹਿਆ ਹੈ। ਸੋ ਇਹਨਾਂ ਚੀਜ਼ਾਂ ਦੀ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਪੂਰੀ ਜਾਣਕਾਰੀ ਲਈ ਹੋਏਗੀ ਔਰ ਤੁਸੀਂ ਆਪਣੇ ਨੋਟਸ ਵੀ ਰੈਡੀ ਕਰ ਲਏ ਹੋਣਗੇ ਇਹ ਤੋਂ ਦੇਖ ਕੇ। ਹੁਣ ਜਦੋਂ ਵੀ ਤੁਸੀਂ ਆਪਣੀ ਬੁੱਕ ਤੋਂ ਇਸ ਟੌਪਿਕ ਨੂੰ ਪੜ੍ਹੋਗੇ ਤਾਂ ਤੁਸੀਂ ਉਸਦੇ ਪ੍ਰਸ਼ਨ ਉੱਤਰ ਅਤੇ ਪ੍ਰੈਕਟੀਕਲ ਐਕਸਰਸਾਈਜ਼ਿਸ ਕਰਨ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਹੋਏਗੀ। ਔਰ ਮੈਂ ਇਹੀ ਚਾਹੂੰਗੀ ਕਿ ਤੁਸੀਂ ਹਰ ਇੱਕ ਟੌਪਿਕ ਨੂੰ ਇੰਨੇ ਧਿਆਨ ਨਾਲ ਪੜ੍ਹੋ ਕਿ ਤਾਂ ਕਿ ਅਗਰ ਇਨ ਫਿਊਚਰ ਤੁਸੀਂ ਇੱਕ ਰਿਟੇਲਰ ਦੇ ਤੌਰ 'ਤੇ ਜ਼ਿੰਦਗੀ ਦੇ ਵਿੱਚ ਉੱਭਰਦੇ ਹੋ ਤਾਂ ਤੁਸੀਂ ਇੱਕ ਬਹੁਤ ਹੀ ਸਕਸੈਸਫੁਲ ਅਤੇ ਸਮਝਦਾਰ ਰਿਟੇਲਰ ਬਣੋ, ਜੋ ਕਿ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਆਪਣੇ ਬਿਜ਼ਨਸ ਨੂੰ ਵਧਾਉਂਦਾ ਹੈ। ਥੈਂਕ ਯੂ ਸੋ ਮਚ ਬੇਟਾ।